ਸਤਨਾਮ ਵਾਹਿਗੁਰੂ ਸਾਹਿਬ ਜੀਓ। ਪ੍ਰਥਮ ਧਰੋਂ ਭਗਵਤ ਕੋ ਧਿਆਨਾ, ਬਹੁਰ ਕਰੂੰ ਕਵਿਤਾ ਵਿਧਨਾਨਾ। ਕ੍ਰਿਸ਼ਨ ਜਥਾ ਮਤ ਚਰਿਤਰ ਉਚਾਰੋ, ਚੂਕ ਹੋਏ ਕਬ ਲਿਹੋ ਸੁਧਾਰੋ। ਕਬ ਬਾਚ ਦੋਹਰਾ, ਜੋ ਨਿਜ ਪ੍ਰਭ ਮੋਹ ਸੋ ਕਹਾ। ਸੋ ਕਹਿ ਜਗ ਮਾਹੇ, ਜੋ ਤਿਹ ਪ੍ਰਭ ਕੋ ਧਿਆਏ ਹੈ। ਅੰਤ ਸੁਰਗ ਕੋ ਜਾਹੇ। ਦੋਹਰਾ ਹਰ ਹਰ ਜਨ ਦੁਇ ਏਕ ਹੈ, ਬਿਬ ਵਿਚਾਰ ਕਛ ਨਾਹੇ। ਜਲ ਤੇ ਉਪਜਿਤ ਰੰਗ ਜਿਉ, ਜਲ ਹੀ ਬਿਖੈ ਸਮਾਹੇ। ਦੋਹਰਾ ਜਬ ਆਇਸ ਪ੍ਰਭ ਕੋ ਭਇਓ, ਜਨਮ ਧਰਾ ਜਗ ਆਏ। ਅਬ ਮੈਂ ਕਥਾ ਸੰਖੇਪ ਤੇ, ਸਭ ਹੂੰ ਕਹਿਤ ਸੁਨਾਏ। ਹਰ ਹਰ ਜਨ ਦੁਇ ਏਕ ਹੈ, ਬਿਬ ਵਿਚਾਰ ਕਛ ਨਾਹੇ। ਜਲ ਤੇ ਉਪਜਿਤ ਰੰਗ ਜਿਉ, ਜਲ ਹੀ ਬਿਖੈ ਸਮਾਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ਼ ਸਤਿਗੁਰੂ ਸੱਚੇ ਪਾਤਸ਼ਾਹ, ਦਸਾਂ ਪਾਤਸ਼ਾਹੀਆਂ ਦੀ ਜੋਤ, ਸਰਬ ਕਲਾ ਸਮਰੱਥ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਅੰਦਰ ਸ਼ੋਭਾਇਮਾਨ ਗੁਰੂ ਰੂਪ ਸਾਧ ਸੰਗਤ ਜੀਓ। ਆਪ ਜੀ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੀ ਪਾਵਨ ਪਵਿੱਤਰ ਬਾਣੀ ਚੌਪਈ ਸਾਹਿਬ। ਉਸ ਬਾਣੀ ਦੇ ਵਿੱਚੋਂ ਕੁਝ ਦੋਹਰਿਆਂ ਦਾ ਪਾਠ ਸਰਵਣ ਕੀਤਾ ਹੈ। ਸਤਿਗੁਰੂ ਨੇ ਕਰੀਬ 3 ਵਿਸ਼ੇ ਇਸ 4 ਦੋਹਰਿਆਂ ਵਿੱਚ ਉਚਾਰਨ ਕੀਤੇ ਹਨ। ਪਹਿਲਾਂ ਤਾਂ ਕਵਿਤਾ ਉਚਾਰਨ ਕਰਨ ਦਾ ਢੰਗ ਦੱਸਿਆ ਹੈ। ਕਵੀ ਜਨ ਦੀ ਸਥਿਤੀ ਕੀ ਹੋਣੀ ਚਾਹੀਦੀ ਹੈ। ਆਪਣੀ ਗੱਲ ਕਰ ਰਹੇ ਨੇ, ਕਹਿੰਦੇ ਮੈਂ ਜਦੋਂ ਵੀ ਅਕਾਲ ਪੁਰਖ ਦੀ ਉਸਤਤ ਵਿੱਚ ਕੁਝ ਗਾਉਂਦਾ ਹਾਂ, ਉਹਦੇ ਪਿਆਰ ਵਿੱਚ ਕੁਝ ਬੋਲਦਾ ਹਾਂ, ਤੇ ਸਭ ਤੋਂ ਪਹਿਲਾਂ ਮੈਂ ਉਹਦਾ ਧਿਆਨ ਕਰਦਾ ਹਾਂ। ਫਿਰ ਮੈਂ ਕਈ ਪ੍ਰਕਾਰ ਦੀ ਕਵਿਤਾ ਜਿਹੜੀ ਹੈ ਉਚਾਰੀ ਹੈ। ਔਰ ਅੱਗੇ ਕਿਹਾ, ਕਹਿੰਦੇ ਕੇਵਲ ਆਪਣੇ ਮਤ ਦੀ ਗੱਲ ਨਹੀਂ, ਕ੍ਰਿਸ਼ਨ ਅਤੇ ਹੋਰ ਕਈ ਜਿਹੜੇ ਅਵਤਾਰ ਹੋਏ ਨੇ ਹਿੰਦੁਸਤਾਨ ਦੀ ਧਰਤੀ 'ਤੇ, ਉਹਨਾਂ ਬਾਰੇ ਵੀ ਮੈਂ ਬਹੁਤ ਕੁਝ ਉਚਾਰਿਆ ਹੈ ਔਰ ਉਚਾਰਾਂਗਾ। ਫਿਰ ਬੇਨਤੀ ਕਰਦੇ ਨੇ ਕਿ ਉਚਾਰਦਿਆਂ ਹੋਇਆਂ ਜੇ ਕੋਈ ਗਲਤੀ ਭੁੱਲ ਚੁੱਕ ਹੋ ਗਈ, ਉਹ ਆਪ ਜੀ ਨੇ ਸੋਧ ਲੈਣਾ। ਅਕਾਲ ਪੁਰਖ ਦੇ ਚਰਨਾਂ ਵਿੱਚ ਬੇਨਤੀ ਕਰ ਰਹੇ ਨੇ। ਇਹ ਇੱਕ ਬੜੀ ਵੱਡੀ ਕਲਾ ਹੈ। ਕਿਸੇ ਕਿਸੇ ਨੂੰ ਉਹਦੇ ਦਰ ਤੋਂ ਇਹ ਦਾਤ ਪ੍ਰਾਪਤ ਹੁੰਦੀ ਹੈ। ਭਗਤ ਕਈ ਪ੍ਰਕਾਰ ਦੇ ਨੇ,
ਅਰਬਾਂ ਦੀ ਲੱਖਾਂ ਦੀ ਗਿਣਤੀ ਵਿੱਚ ਇਸ ਧਰਤੀ ਤੇ ਲੋਕ ਆਏ ਨੇ, ਪਰ ਸਾਰਿਆਂ ਦੇ ਕੋਲ ਸਾਰੀਆਂ ਕਲਾ ਨਹੀਂ ਹਨ। ਇਹਨੂੰ ਕਹਿੰਦੇ ਨੇ ਕਲਾ, ਇੱਕ ਐਸੀ ਕਲਾ ਕਿ ਕਿਸੇ ਗੱਲ ਨੂੰ ਚੰਗੀ ਤਰ੍ਹਾਂ ਭਾਸ਼ਾ ਦੇ ਵਿੱਚ ਅਨੁਵਾਦਿਤ ਕਰਕੇ ਬੋਲਣਾ ਕਿ ਦੂਜਿਆਂ ਦੀ ਸਮਝ ਵਿੱਚ ਆਏ। ਜੋ ਸੱਚ ਹੈ, ਨਹੀਂ ਤੇ ਗਿਆਨ ਤੇ ਬੜਾ ਲਿਖਿਆ ਹੋਇਆ ਗ੍ਰੰਥਾਂ ਵਿੱਚ, ਉਹਦੀ ਕਥਾ ਵੀ ਬੜੀ ਹੈ। ਸਤ ਸੰਗਤ ਉਹ ਗਿਆਨ ਪੜ੍ਹਿਆ ਵੀ ਜਾਂਦਾ ਹੈ। ਤੁਸੀਂ ਵੇਖਦੇ ਹੋ 4 ਵੇਦ ਪੜ੍ਹੇ ਜਾਂਦੇ ਨੇ, ਵੇਦ ਪਾਠੀ ਪੜ੍ਹਦੇ ਨੇ, 6 ਸ਼ਾਸਤਰਾਂ ਦਾ ਪਾਠ ਹੁੰਦਾ ਹੈ। ਕੋਈ ਕੁਰਾਨ ਪੜ੍ਹਦਾ ਹੈ, ਕੋਈ ਪੁਰਾਣ ਪੜ੍ਹਦਾ ਹੈ, ਕੋਈ ਬਾਈਬਲ ਪੜ੍ਹਦਾ ਹੈ। ਆਪਾਂ ਜਿਵੇਂ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਦਾ ਪਾਠ ਕਰਨੇ ਆ, ਪਰ ਇਹ ਬਾਣੀ ਪੜ੍ਹਦਿਆਂ ਪੜ੍ਹਦਿਆਂ ਇੱਕ ਅੱਖਰੀ ਗਿਆਨ ਹਾਸਲ ਕਰ ਲੈਣਾ ਇੱਕ ਹੋਰ ਗੱਲ ਹੈ, ਪਰ ਕਿਸੇ ਨੂੰ ਇਹਦੇ ਅੰਤਰੀਵ ਭੇਦ ਦਾ ਪਤਾ ਲੱਗੇ, ਇਹ ਗੱਲ ਬੜੀ ਉਹਦੀ ਬਖਸ਼ਿਸ਼ ਤੋਂ ਬਿਨਾਂ ਨਹੀਂ ਹੋ ਸਕਦੀ। ਸਤਿਗੁਰੂ ਨੇ ਖੁਦ ਕਿਹਾ, ਕਿਉਂਕਿ ਇਹ ਜਿਹੜੀ ਗੱਲ ਹੈ ਕਿ ਜਿਹੜੀ ਅਕਾਲ ਪੁਰਖ ਦੀ ਵਿਚਾਰ ਹੈ, ਪਰਮਾਤਮਾ ਦੇ ਨਾਮ ਦੀ ਵਿਚਾਰ ਹੈ, ਬੜੀ ਸੂਖਸ਼ਮ ਹੈ। ਇਹਦੇ ਵਿੱਚ ਬੰਦੇ ਦਾ ਧਿਆਨ ਵੀ ਇਕਾਗਰ ਹੋਣਾ ਚਾਹੀਦਾ ਹੈ, ਉਹਦੀ ਬੁੱਧੀ ਦਾ ਦੀਵਾ ਵੀ ਜਗਿਆ ਹੋਣਾ ਚਾਹੀਦਾ ਹੈ, ਉਹਦੇ ਮਨ ਦੇ ਜਿਹੜੀ ਵਾਧੂ ਦੀ ਮੈਲ ਹੈ ਉਹ ਵੀ ਵਿੱਚ ਨਹੀਂ ਹੋਣੀ ਚਾਹੀਦੀ, ਤਾਂ ਉਹ ਸ਼ੁੱਧ ਗਿਆਨ ਉਹਦੇ ਵਿੱਚ ਪ੍ਰਗਟ ਹੋਵੇਗਾ। ਸਤਿਗੁਰੂ ਨੇ ਇੱਕ ਬਚਨ ਕੀਤਾ, ਕਹਿਣ ਲੱਗੇ ਬਾਣੀ ਜੋ ਲਿਖੀ ਗਈ ਹੈ ਸਤਿਗੁਰਾਂ ਵੱਲੋਂ, ਇਹ ਬਾਣੀ ਇਸ ਤਰ੍ਹਾਂ ਜਿਵੇਂ ਕਿਸੇ ਚੀਜ਼ ਨੂੰ ਇੱਕ ਥਾਂ ਤੇ ਰੱਖ ਕੇ ਉਹਨੂੰ ਮੁੰਦ ਦਿੱਤਾ ਜਾਏ, ਬੰਦ ਕਰ ਦਿੱਤਾ ਜਾਏ, ਵੀ ਇਹ ਸਮਝ ਨਹੀਂ ਆਏਗੀ ਕਿਸੇ ਦੀ ਆਮ। ਆਪਾਂ ਬਚਨ ਪੜ੍ਹਦੇ ਹਾਂ, ਹਜ਼ੂਰ ਕਹਿੰਦੇ ਇਹ ਮੁੰਦਾਵਣੀ, ਇਹ ਜਿਹੜੀ ਬਾਣੀ ਹੈ ਮੁੰਦਾਵਣੀ ਹੈ। ਇਹ ਮੁੰਦਾਵਣੀ ਸਤਿਗੁਰੂ ਪਾਈ। ਮੁੰਦਾਵਣੀ ਦਾ ਅਰਥ ਹੈ ਬੁਝਾਰਤ। ਗੁਰਸਿੱਖਾਂ ਲੱਦੀ ਭਾਲ, ਭਾਲ ਕਹਿੰਦੇ ਨੇ ਖੋਜ ਕਰਨੀ। ਗੁਰੂ ਕੇ ਸਿੱਖਾਂ ਨੇ, ਇਕੱਲੇ ਸਿੱਖਾਂ ਨੇ ਨਹੀਂ, ਇੱਕ ਹੁੰਦੇ ਨੇ ਸਿੱਖ, ਸਿੱਖ ਤੇ ਆਪਾਂ ਸਾਰੇ ਹੀ ਹਾਂ, ਪਰ ਕਦੀ ਇਹ ਵੀ ਸੋਚਿਆ ਵੀ ਕਦੀ ਗੁਰੂ ਦੇ ਸਿੱਖ ਹਾਂ ਕਿ ਇਕੱਲੇ ਹੀ ਸਿੱਖ। ਉਹ ਤੇ ਸਿੱਖ ਦੇ ਘਰ ਵਿੱਚ ਜਨਮ ਲਿਆ ਤੇ ਸਿੱਖ ਹੋ ਗਏ, ਹਿੰਦੂ ਦੇ ਘਰ ਵਿੱਚ ਜਨਮ ਲਿਆ ਤੇ ਹਿੰਦੂ, ਮੁਸਲਮਾਨ ਦੇ ਘਰ ਵਿੱਚ ਜਨਮ ਲਿਆ ਤੇ ਮੁਸਲਮਾਨ। ਇਸੇ ਤਰ੍ਹਾਂ ਸਿੱਖ ਦੇ ਘਰ ਵਿੱਚ ਜਨਮ ਲਿਆ ਤੇ ਸਿੱਖ ਅਖਵਾਉਣ ਲੱਗ ਪਏ। ਪਰ ਸਿੱਖ ਇਕੱਲਾ ਕਿਹੜੇ ਕੰਮ ਦਾ ਜੇ ਉਹ ਗੁਰੂ ਦਾ ਸਿੱਖ ਨਹੀਂ ਤੇ ਉਹ ਤੇ ਕਿਸੇ ਕੰਮ ਦਾ ਨਾ ਹੋਇਆ। ਇਸ ਕਰਕੇ ਕਹਿੰਦੇ ਗੁਰ ਸਿੱਖਾਂ, ਸਿੱਖਾਂ ਨੇ ਨਹੀਂ, ਗੁਰਸਿੱਖ ਉਹ ਹੁੰਦੇ ਨੇ ਜਿਸ ਸਿੱਖ ਦੇ ਜੀਵਨ ਵਿੱਚ ਗੁਰੂ ਦੇ ਹੱਥ ਦੀ ਛਾਪ ਮੋਹਰ ਲੱਗ ਜਾਏ। ਜਿਸ ਸਿੱਖ ਦੇ ਹੱਥ ਸਿਰ ਦੇ ਉੱਤੇ ਗੁਰੂ ਹੱਥ ਰੱਖਦਾ ਉਹਨੂੰ ਕਹਿੰਦੇ ਗੁਰਸਿੱਖ। ਜਿਹਦੇ ਸਿਰ ਤੇ ਗੁਰੂ ਦਾ ਹੱਥ ਨਹੀਂ ਉਹਨੂੰ ਕਹਿੰਦੇ ਸਿੱਖ। ਭਾਵੇਂ ਕਿ ਚਲੋ ਸਿੱਖ ਸ਼ਬਦ ਵੀ ਛੋਟਾ ਨਹੀਂ, ਮੈਂ ਸਿਰਫ ਇੱਕ ਇਸ਼ਾਰਾ ਕਰ ਰਿਹਾ, ਸਿੱਖ ਵੀ ਸ਼ਬਦ ਬੜਾ ਵੱਡਾ ਹੈ, ਪਰ ਗੁਰਸਿੱਖ ਉਹਦੇ ਤੋਂ ਵੀ ਵੱਡਾ। ਗੁਰਸਿੱਖ ਦਾ ਮਤਲਬ ਹੈ ਬਸ ਹੁਣ ਸਰੀਰ ਸਿੱਖ ਦਾ ਹੈ, ਨਾਮ ਹੈ ਸਿੱਖ ਦਾ ਫਲਾਣਾ ਸਿੰਘ। ਜਿਹੜੀ ਇਹਦੇ ਵਿੱਚ ਅੱਖਾਂ ਦੇ ਵਿੱਚੋਂ ਦ੍ਰਿਸ਼ਟੀ ਆ ਰਹੀ ਹੈ ਇਹ ਸਿੱਖ ਵਾਲੀ ਨਹੀਂ, ਇਹ ਗੁਰੂ ਵਾਲੀ ਦ੍ਰਿਸ਼ਟੀ ਹੈ। ਇਹ ਕੰਨ ਸਿੱਖ ਦੇ ਨੇ, ਪਰ ਵਿਚਲੀ ਸਰੋਤ ਜਿਹੜੀ ਹੈ ਸੁਣਨ ਵਾਲੀ ਤਾਕਤ, ਇਹ ਨਹੀਂ ਸਿੱਖ ਦੀ, ਇਹ ਗੁਰੂ ਦੀ ਸ਼ਕਤੀ ਹੈ, ਗੁਰੂ ਦੀ ਦਾਤ ਹੈ। ਉਹਦੇ ਵਿੱਚ ਕੀ ਪੈ ਗਿਆ? ਹੁਣ ਸੁਣਨ ਸ਼ਕਤੀ ਵਿੱਚ ਕੋਈ ਅਸੀਂ ਫਰਕ ਪਾ ਸਕਦੇ ਹਾਂ? ਖਿਆਲ ਰੱਖਣਾ। ਇਹਨੂੰ ਗੁਰੂ ਸਾਹਿਬ ਨੇ ਬਾਣੀ ਵਿੱਚ ਕਿਹਾ ਹੈ ਕਿ ਇੱਕ ਪੰਛੀ ਹੁੰਦਾ, ਧਿਆਨ ਦਿਓ, ਉਹਨੂੰ ਕਹਿੰਦੇ ਨੇ ਹੰਸ। ਹੰਸ ਦੀ ਇੱਕ ਆਮ ਤੌਰ ਤੇ ਤੁਸੀਂ ਗੱਲ ਸੁਣੋਗੇ ਬਈ ਹੰਸ ਵਿੱਚ ਰੱਬ ਨੇ ਇਸ ਤਰ੍ਹਾਂ ਦੀ ਬਰਕਤ ਪਾ ਦਿੱਤੀ ਹੈ, ਉਹਦੀ ਚਿੰਝ ਵਿੱਚ, ਉਹਦੇ ਅੰਦਰ ਇੰਨੀ ਦਾਤ ਭਰ ਦਿੱਤੀ ਹੈ ਅਕਾਲ ਪੁਰਖ ਸੁਆਮੀ ਨੇ, ਕਿ ਜਦੋਂ ਹੰਸ ਕਹਿੰਦੇ ਨੇ ਐਸੇ ਦੁੱਧ ਵਿੱਚ ਚਿੰਝ ਪਾ ਦੇ ਜਿਹਦੇ ਵਿੱਚ ਪਾਣੀ ਹੋਵੇ, ਤੇ ਉਹਦੀ ਚਿੰਝ ਜਿਹੜੀ ਹੈ ਪਾਣੀ ਨਹੀਂ ਪੀਵੇਗੀ,
ਚਿੰਝ ਪਾਉਂਦਿਆਂ ਸਾਰ ਕਹਿੰਦੇ ਦੁੱਧ ਵੱਖਰਾ ਹੋ ਜਾਏਗਾ ਤੇ ਪਾਣੀ ਅਲੱਗ ਹੋ ਜਾਏਗਾ। ਉਹਦੇ ਵਿੱਚ ਬਰਕਤ ਹੈ, ਉਹਦੇ ਵਿੱਚ ਅਕਾਲ ਪੁਰਖ ਨੇ ਗੁਣ ਪਾਇਆ ਬਈ ਉਹਨੂੰ ਤੁਸੀਂ ਗਲਤ ਚੀਜ਼ ਉਹਦੇ ਅੰਦਰ ਜਾ ਹੀ ਨਹੀਂ ਸਕਦੀ। ਉਹਦੇ ਵਿੱਚ ਐਸੀ ਸ਼ਕਤੀ, ਐਸੀ ਕਿਰਪਾ ਭਰੀ ਹੋਈ ਹੈ ਕਿ ਉਹਦੇ ਅੰਦਰ ਗਲਤ ਨਹੀਂ ਤੁਸੀਂ ਘੱਲ ਸਕਦੇ। ਜਿਉਂ ਹੀ ਉਹਦੇ ਅੱਗੇ ਆਇਆ ਸਾਧ ਸੰਗਤ, ਪਾਣੀ ਵੱਖਰਾ ਤੇ ਦੁੱਧ ਵੱਖਰਾ। ਇਹਦਾ ਮਤਲਬ ਕੀ ਹੈ? ਇਹਦਾ ਭਾਵ ਅਰਥ ਕੀ ਹੈ? ਸਿੱਖ ਨੂੰ ਗੁਰੂ ਸਾਹਿਬ ਨੇ ਹੰਸ ਕਿਉਂ ਕਿਹਾ? ਹੰਸ ਦਾ ਅਰਥ ਕੀ ਹੈ? ਅਪਰਮ ਹੰਸ ਇੱਕ ਸਿੱਖ ਦਾ ਨਾਮ ਆਇਆ ਹੈ ਗੁਰਬਾਣੀ ਦੇ ਵਿੱਚ। ਭਾਈ ਪਾਰੋ ਜੁਲਕਾ ਜੀ ਉਹਨਾਂ ਨੂੰ ਕਹਿੰਦੇ, ਗੁਰੂ ਅਮਰਦਾਸ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਜੀ ਦੇ ਵਕਤ ਹੋਏ ਨੇ। ਉਹਨਾਂ ਦਾ ਨਾਮ ਸੀ ਇਕੱਲਾ ਭਾਈ ਪਾਰੋ। ਗੁਰੂ ਸਾਹਿਬ ਦੇ ਚਰਨਾਂ ਵਿੱਚ ਆਏ, ਘਾਲਣਾ ਕੀਤੀ, ਸੇਵਾ ਕੀਤੀ, ਬਾਣੀ ਪੜ੍ਹਦੇ ਰਹੇ, ਨਾਮ ਜਪਦੇ ਰਹੇ, ਗੁਰੂ ਦੀ ਗੱਲ ਸੁਣਦੇ ਰਹੇ, ਉਹਨੂੰ ਕਮਾਉਂਦੇ ਰਹੇ ਤੇ ਕਰਦਿਆਂ 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 ਪਹਿਲਾਂ ਸਨ ਇਕੱਲੇ ਭਾਈ ਪਾਰੋ। ਤੇ ਇੱਕ ਦਿਨ ਸਤਿਗੁਰਾਂ ਨੇ ਕਹਿ ਦਿੱਤਾ, ਭਾਈ ਪਾਰੋ ਪਰਮਹੰਸ। ਪਰਮਹੰਸ ਦੇ ਅਰਥ ਕੀ ਨੇ? ਕਹਿੰਦੇ ਇਸ ਸਿੱਖ ਦੇ ਅੰਦਰ ਐਸੀ ਬਖਸ਼ਿਸ਼ ਜਾਗ ਪਈ ਹੈ ਕਿ ਹੁਣ ਇਹਨੂੰ ਜਿੱਥੇ ਮਰਜ਼ੀ ਘੱਲ ਦਿਓ, ਇਹ ਹਰ ਇੱਕ ਥਾਂ ਤੋਂ ਜਿਹੜੀ ਗੁਰੂ ਕੀ ਮੱਤ ਵਾਲੀ ਗੱਲ ਹੈ ਉਹਨੂੰ ਤੇ ਆਪਣੇ ਅੰਦਰ ਜਾਏਗੀ। ਇਹਦੇ ਜਿੱਥੇ ਮਨ ਮਤ ਜਾਂ ਜਿੱਥੇ ਮਨਮੁਖਤਾ ਇਹਦੇ ਦੁਆਲੇ ਆ ਗਈ, ਕੁਦਰਤੀ ਤੌਰ ਤੇ ਇਹਦੇ ਅੰਦਰ ਗੁਰੂ ਕੀ ਬਖਸ਼ਿਸ਼ ਹੰਸ ਵਾਲੀ ਬਿਰਤੀ ਆ ਗਈ। ਜਿਵੇਂ ਹੰਸ ਦੀ ਚਿੰਝ ਪਾਣੀ ਨੂੰ ਵੱਖਰਾ ਤੇ ਦੁੱਧ ਨੂੰ ਵੱਖਰਾ ਕਰ ਦਿੰਦੀ ਏ, ਇਹਦੇ ਅੰਦਰ ਬੁੱਧੀ ਦੀ ਜਿਹੜੀ ਗੁਰੂ ਕੀ ਮੱਤ ਦੀ ਹੰਸਤਾਈ ਜਾਗ ਪਈ ਹੈ। ਹੁਣ ਇਹਨੂੰ ਜਿੱਥੇ ਮਰਜ਼ੀ ਭੇਜ ਦਿਓ, ਇਹ ਮਨਮੁਖਤਾ ਨੂੰ ਵੱਖਰੀ ਕਰ ਦੇਗਾ ਤੇ ਗੁਰਮੁਖਤਾ ਨੂੰ ਗ੍ਰਹਿਣ ਕਰ ਦੇਗਾ। ਸਿੱਖ ਪਰਮਹੰਸ ਉਹਨੂੰ ਕਹਿੰਦੇ, ਇਸ ਲਈ ਉਹਦਾ ਨਾਮ ਰੱਖ ਦਿੱਤਾ ਭਾਈ ਪਾਰੋ ਜੀ ਪਰਮਹੰਸ। ਇੱਕ ਹੋਰ ਬਚਨ ਆਉਂਦਾ ਹੈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਵਿੱਚ। ਪਹਿਲੇ ਸਮਿਆਂ ਵਿੱਚ ਸਾਧ ਸੰਗਤ ਇਸ਼ਨਾਨ ਕਰਨ ਦੇ ਸਾਧਨ ਨਹੀਂ ਸਨ ਹੁੰਦੇ, ਨਲਕੇ ਨਹੀਂ ਸਨ, ਟੂਟੀਆਂ ਨਹੀਂ ਸਨ, ਟਿਊਬਲ ਨਹੀਂ ਸਨ। ਇੱਥੋਂ ਤੱਕ ਬਈ ਹਰ ਇੱਕ ਥਾਂ ਤੇ ਦਰਿਆ ਵੀ ਨਹੀਂ ਸੀ ਵਗਦਾ, ਨਹਿਰ ਵੀ ਨਹੀਂ ਸੀ ਵਗਦੀ। ਬਹੁਤੇ ਪਿੰਡ ਇਸ ਤਰ੍ਹਾਂ ਦੇ ਹੁੰਦੇ ਸਨ ਜਿੱਥੋਂ ਦੇ ਲੋਕਾਂ ਨੂੰ ਤਲਾਬ ਦੇ ਵਿੱਚ ਇਸ਼ਨਾਨ ਕਰਨਾ ਪੈਂਦਾ ਸੀ। ਪਿੰਡ ਦੇ ਨਾਲ ਜਿਹੜਾ ਛੱਪੜ ਹੈ, ਪਰ ਉਹ ਸਿਆਣੇ ਬੜੇ ਸਨ ਲੋਕ। ਅੱਜ ਵੈਸੇ ਮੈਂ ਕਈ ਵਾਰੀ ਵੇਖਣਾ ਵੀ ਸਾਨੂੰ ਲੋਕ ਕਹਿੰਦੇ ਵੀ ਪੜ੍ਹੇ ਲਿਖੇ ਲੋਕ ਨੇ ਅੱਜ ਕੱਲ੍ਹ, ਪਹਿਲਾਂ ਤੇ ਅਨਪੜ੍ਹ ਹੁੰਦੇ ਸੀ, ਹੁਣ ਤੇ ਵਿਗਿਆਨ ਆ ਗਿਆ। ਤੁਸੀਂ ਕਦੀ ਵੇਖੋ ਉਹਨਾਂ ਦਿਨਾਂ ਦੇ ਵਿੱਚ ਪਿੰਡਾਂ ਦੇ ਅੰਦਰ ਕੋਈ ਟਿਊਬਲ ਨਹੀਂ ਸੀ, ਸਾਧ ਸੰਗਤ ਕੁਝ ਨਹੀਂ ਸੀ, ਛੱਪੜ ਹੁੰਦੇ ਸਨ, ਤਲਾਬ। ਪਰ ਉਹ ਕਿੰਨੇ ਸਿਆਣੇ ਲੋਕ ਹੁੰਦੇ ਸਨ, ਉਹ ਆਪਣੇ ਛੱਪੜ ਨੂੰ, ਤਲਾਬ ਨੂੰ ਜਿਹਦੇ ਵਿੱਚ ਉਹ ਇਸ਼ਨਾਨ ਕਰਨਾ ਹੁੰਦਾ ਸੀ, ਕਿੰਨਾ ਪਵਿੱਤਰ ਰੱਖਦੇ ਹੋਣਗੇ ਵੀ ਉਹ ਇਸ਼ਨਾਨ ਕਰਨ ਦੇ ਯੋਗ ਰਹਿ ਜਾਂਦਾ ਸੀ। ਕਿੰਨੀ ਸਿਆਣਪ ਹੋਵੇਗੀ ਉਹਨਾਂ ਵਿੱਚ। ਧਿਆਨ ਨਾਲ ਵਰਤਦੇ ਸਨ ਚੀਜ਼ ਨੂੰ। ਇਹ ਨਹੀਂ ਕਿ ਜੋ ਮਿੱਟੀ ਘਟਾ ਹੋਇਆ ਸਿੱਧੇ ਉਸ ਤਲਾਬ ਵਿੱਚ ਵੜ ਗਏ, ਨਹੀਂ। ਸਾਨੂੰ ਤੇ ਅੱਜ ਸ਼ਾਇਦ ਗੁਰੂ ਕੇ ਸਰੋਵਰਾਂ ਵਿੱਚ ਇਸ਼ਨਾਨ ਕਰਨ ਦੀ ਵੀ ਇਜਾਜ਼ਤ ਨਹੀਂ। ਤੁਸੀਂ ਕਦੀ ਵੇਖਣਾ, ਜਦੋਂ ਅਸੀਂ ਦਰਬਾਰ ਸਾਹਿਬ ਜਿੱਥੇ ਸਾਹਮਣੇ ਗੁਰੂ ਰਾਮਦਾਸ ਜੀ ਦੇ ਲੰਗਰ ਤੋਂ ਪੌੜੀਆਂ ਉਤਰਨੇ ਆ, ਉੱਥੇ ਇੱਕ ਥਾਂ ਹੈ ਇਸ਼ਨਾਨ ਕਰਨ ਦਾ, ਦੁੱਖ ਭੰਜਣੀ ਬੇਰੀ ਜਿਸ ਨੂੰ ਕਹਿੰਦੇ ਨੇ। ਇਹ ਇੱਕ ਸ਼ਰਧਾ ਤੇ ਪਿਆਰ ਹੈ ਵੀ ਸਿੱਖ ਉੱਥੇ ਇਸ਼ਨਾਨ ਕਰਕੇ ਆਪਣੇ ਆਪ ਨੂੰ ਭਾਗਸ਼ਾਲੀ ਸਮਝਦਾ ਹੈ। ਤੇ ਤੁਸੀਂ ਇੱਕ ਹੋਰ ਚੀਜ਼ ਵੇਖਣੀ ਵੀ ਉਸ ਡਿਉਢੀ ਦੇ ਇਸ ਪਾਸੇ ਦੁੱਖ ਭੰਜਣੀ ਬੇਰੀ ਹੈ, ਤੇ ਜੇ ਤੁਸੀਂ ਖੱਬੇ ਪਾਸੇ ਵੱਲ ਆਓ ਤੇ ਬਰਾਂਡੇ ਦੇ ਨਾਲ ਅੰਦਰ ਬਾਥਰੂਮ ਬਣੇ ਹੋਏ ਨੇ ਇਸ਼ਨਾਨ ਕਰਨ ਲਈ। ਉਹ ਕਿਉਂ? ਕੀ ਗੱਲ ਸੀ ਉਹ ਇਸ਼ਨਾਨ? ਕਿਉਂਕਿ ਪਹਿਲਾਂ ਜਿਹੜੇ ਸੱਜਣ ਦਰਬਾਰ ਸਾਹਿਬ ਦੇ ਸਰੋਵਰ ਵਿੱਚ ਇਸ਼ਨਾਨ ਕਰਦੇ ਹੁੰਦੇ ਸਨ, ਉਹ ਕਹਿੰਦੇ ਸਨ ਵੀ ਪਹਿਲਾਂ ਸਰੀਰ ਦੀ ਜਿਹੜੀ ਅਸਥੂਲ ਮੈਲ ਹੈ ਨਾ, ਉਹਨੂੰ ਪਹਿਲਾਂ ਇੱਧਰ ਬਾਥਰੂਮ ਵਿੱਚ ਇਸ਼ਨਾਨ ਕਰਕੇ ਟੂਟੀਆਂ ਤੇ ਲਾਹ ਲੈਂਦੇ ਸਨ।
ਚੰਗੀ ਤਰ੍ਹਾਂ ਸਾਫ਼ ਕਰਕੇ, ਕਿਉਂਕਿ ਸਰੀਰ ਕੀ ਪਤਾ ਕਿੱਥੋਂ ਆਇਆ, ਕਿਰਿਆ ਕਰਕੇ, ਸੋਚ ਕਰਕੇ ਆਇਆ, ਕਿਰਿਆ ਕਰਕੇ। ਉੱਥੇ ਇਸ਼ਨਾਨ ਕਰਦੇ ਸਨ ਤੇ ਫਿਰ ਸਰੋਵਰ ਵਿੱਚ ਇਸ਼ਨਾਨ ਕਰਨਾ, ਤਾਂ ਕਿ ਇਹ ਦੂਜਿਆਂ ਲੋਕਾਂ ਵਾਸਤੇ ਵੀ ਪੂਰੀ ਤਰ੍ਹਾਂ ਪਵਿੱਤਰ ਰਵੇ। ਹੁਣ ਅਸੀਂ ਕਹਾਂਗੇ ਵੀ ਜੇ ਪਹਿਲਾਂ ਮੈਲ ਹੀ ਲਾ ਲਈ ਤੇ ਸਰੋਵਰ ਵਿੱਚ ਕੀ ਕਰਨ ਗਏ? ਸਾਧ ਸੰਗਤ, ਸਰੋਵਰ ਵਿੱਚ ਸਰੀਰ ਦੀ ਮੈਲ ਲਾਉਣ ਵਾਸਤੇ ਇਸ਼ਨਾਨ ਨਹੀਂ ਕਰੀਦਾ। ਉਹ ਤੇ ਇੱਕ ਸੂਖਸ਼ਮ ਥਾਂ ਹੈ, ਉਹ ਪਾਣੀ ਤੱਕ ਸੀਮਤ ਗੱਲ ਨਹੀਂ। ਉਹ ਤੇ ਇੱਕ ਐਸਾ ਘੇਰਾ ਹੈ, ਪਾਣੀ ਤੇ ਸਿਰਫ ਬਾਹਰਲਾ ਖੋਲ ਹੈ ਉਹਦਾ। ਜਿਵੇਂ ਤੁਸੀਂ ਕੋਈ ਦਵਾਈ ਖਾਂਦੇ ਹੋ ਨਾ, ਇੱਕ ਸੱਜਣ ਮੈਨੂੰ ਕਹਿੰਦਾ ਹੈ ਵੀ ਜੇ ਤੁਸੀਂ ਚਰਨਾਂ ਦੀ ਧੂੜ ਲੈਂਦੇ ਹੋ, ਤੁਸੀਂ ਇਹ ਜੋੜੇ ਪਾਲਿਸ਼ ਕਰਦੇ ਹੋ, ਤੇ ਫਿਰ ਪਰਤ ਕੇ ਹੱਥ ਕਿਉਂ ਧੋਂਦੇ ਹੋ? ਜੇ ਪਵਿੱਤਰ ਹੈ। ਤਰ੍ਹਾਂ ਤਰ੍ਹਾਂ ਦੇ ਤਰਕ ਨੇ। ਮੈਂ ਉਹਨਾਂ ਨੂੰ ਬੇਨਤੀ ਕੀਤੀ, ਭਾਈ ਇਹ ਜਿਹੜੀ ਧੂੜ ਬਾਹਰੀ ਹੁੰਦੀ ਹੈ ਨਾ, ਸਥੂਲ ਜਿਹੜੀ ਦਿਸਦੀ ਹੈ ਜੋੜਿਆਂ ਨਾਲ, ਇਹ ਤੇ ਇਸ ਤਰ੍ਹਾਂ ਹੁੰਦਾ ਜਿਵੇਂ ਕੋਈ ਦਵਾਈ ਲੈਣੀ, ਉਹਦਾ ਕੈਪਸੂਲ ਹੈ ਬਾਹਰਲਾ। ਉਹ ਸੱਜਣਾ, ਇਸ ਦਿਸਦੀ ਧੂੜ ਦੇ ਅੰਦਰ ਕੋਈ ਨੂਰ ਹੈ ਜਿਹੜਾ ਤੇਰੀ ਅੱਖ ਨੂੰ ਨਹੀਂ ਦਿਸਦਾ ਪਿਆ। ਸਿੱਖ ਨੇ ਜਦੋਂ ਧੂੜ ਲੈਣੀ ਹੈ, ਉਹ ਨੂਰ ਉਹਦੇ ਅੰਦਰ ਚਲਾ ਜਾਣਾ ਹੈ, ਉਹ ਬਾਕੀ ਤੇ ਮਿੱਟੀ ਰਹਿ ਗਈ, ਉਹਦਾ ਕੀ ਕਰਨਾ? ਉਹਨੂੰ ਫਿਰ ਧੋ ਵੀ ਲੈ ਪਾਵੇਂ, ਉਹ ਨਹੀਂ ਚਾਹੀਦੀ। ਇਸ ਕਰਕੇ ਸਾਨੂੰ ਸਮਝ ਨਹੀਂ ਆ ਰਹੀ ਕੁਝ ਗੱਲਾਂ ਦੀ। ਸਮਝ ਤਾਂ ਨਹੀਂ ਆ ਰਹੀ ਵੀ ਆਪਾਂ, ਮੈਂ ਗੱਲ ਕਰ ਰਿਹਾ ਸਾਂ, ਹੰਸ ਤੇ ਕਾਂ ਦੋ ਬਿਰਤੀਆਂ ਨੇ। ਹੁਣ ਕਾਂ ਨੂੰ ਥੋੜ੍ਹੀ ਸਮਝ ਆਵੇਗੀ ਵੀ ਕਪੂਰ ਕੀ ਹੁੰਦਾ ਹੈ। ਕਾਉ ਕਪੂਰ ਨਾ ਚੱਖਈ ਦੁਰਗੰਧ ਸੁਖਾਵੈ। ਕਾਂ ਦੇ ਸਾਹਮਣੇ ਤੁਸੀਂ ਕਪੂਰ ਰੱਖ ਦਿਓ, ਉਹ ਕਹੇਗਾ ਇਹ ਤੇ ਸਵਾਦ ਹੀ ਨਹੀਂ ਪਿਆ ਆਉਂਦਾ ਇਹਨੂੰ ਤੇ ਵੇਖਣ ਦਾ, ਖਾਣ ਦਾ। ਕਪੂਰ ਥੋੜ੍ਹੀ ਚੰਗਾ ਲੱਗੇਗਾ। ਅੰਦਰ ਬਿਰਤੀ ਕਾਂ ਦੀ ਹੈ, ਗੁਰਮਤ ਚੰਗੀ ਕਿਵੇਂ ਲੱਗੇਗੀ? ਗੁਰਬਾਣੀ ਕਿਵੇਂ, ਮਨ ਕਿਵੇਂ ਟਿਕੇਗਾ ਉਸ ਥਾਂ ਤੇ? ਤੇ ਪਹਿਲੇ ਸਮੇਂ ਦੇ ਵਿੱਚ ਸਾਨੂੰ ਕਹਿੰਦੇ ਪਹਿਲਾਂ ਲੋਕ ਇੰਨਾ ਵਿਗਿਆਨ ਨਹੀਂ ਸੀ, ਪੜ੍ਹੇ ਨਹੀਂ ਸਨ, ਤੇ ਬੜੇ ਸਿਆਣੇ ਸਨ। ਪ੍ਰਬੰਧ ਸੀਮਤ ਜੈ ਸਾਧਨਾ ਦੇ ਨਾਲ ਉਹ ਇੰਨੀ ਸਫਾਈ ਰੱਖਦੇ ਸਨ। ਅੱਜ ਤੇ ਸਾਡਾ ਪਤਾ ਹੀ ਕੋਈ ਨਹੀਂ ਵੀ ਕਿੱਥੋਂ ਅਸੀਂ ਰੁਲੇ ਖੁਲੇ ਆਏ ਹਾਂ ਤੇ ਸਿੱਧੇ ਸਰੋਵਰ 'ਚ ਵੜ ਗਏ ਆ ਕੇ। ਘੱਟੋ ਘੱਟ ਸਾਨੂੰ ਇਹ ਯਤਨ ਕਰਨਾ ਚਾਹੀਦਾ ਵੀ ਗੁਰੂ ਘਰ ਦੇ ਸਰੋਵਰ ਵਿੱਚ ਇਸ਼ਨਾਨ ਕਰਨ ਤੋਂ ਪਹਿਲਾਂ, ਜੇ ਬੰਦਾ ਘਰੋਂ ਗਿਆ ਹੈ ਤੇ ਘਰੋਂ ਇਸ਼ਨਾਨ ਕਰਕੇ ਜਾਏ ਤੇ ਸਰੀਰ ਨੂੰ ਸ਼ੁੱਧ ਰੱਖੇ। ਉਸ ਇਸ਼ਨਾਨ ਤੋਂ ਪਹਿਲਾਂ ਸਿੱਧਾ ਇਸ਼ਨਾਨ ਕਰਕੇ ਫਿਰ ਉਹਨੇ ਜਿੱਥੇ ਜਾਣਾ ਚਲਾ ਜਾਏ। ਇਹ ਉਹਨੂੰ ਤਰੀਕਾ ਸਮਝਣਾ ਚਾਹੀਦਾ। ਇਹ ਕੋਈ ਵਹਿਮ ਨਹੀਂ, ਕੋਈ ਭਰਮ ਨਹੀਂ, ਇੱਕ ਸਿਸਟਮ ਨੇ। ਮੈਂ ਗੱਲ ਕਰ ਰਿਹਾ ਸੀ, ਇੱਥੋਂ ਅੱਗੇ ਚਲਾ ਗਿਆ। ਪਹਿਲੇ ਲੋਕ ਕਿੰਨੇ ਸਿਆਣੇ ਹੋਣਗੇ ਜਿਨ੍ਹਾਂ ਕੋਲ ਕੋਈ ਸਾਧਨ ਨਹੀਂ ਸਨ ਤੇ ਪਿੰਡ ਦੇ ਛੱਪੜ ਨੂੰ ਵੀ ਪਵਿੱਤਰ ਰੱਖ ਲੈਂਦੇ ਸਨ। ਬੜੇ ਸਿਆਣੇ। ਇਹ ਨਹੀਂ ਵੀ ਚਲੋ ਨਾਲ ਸੈਰ ਕਰਨੀ ਹੈ, ਨਾਲ ਦਾਤਨ ਵੀ ਕਰ ਲਈਏ, ਸਾਰੀ ਸੜਕ ਨੂੰ ਥੁੱਕਾਂ ਨਾਲ ਭਰ ਦਈਏ। ਇਸ ਤਰ੍ਹਾਂ ਦੇ ਲੋਕ ਨਹੀਂ ਸਨ ਉਹ। ਭਾਵੇਂ ਇਹ ਵਿਸ਼ਾ ਬਾਹਰਲਾ ਹੈ, ਪਰ ਜੇ ਅਸੀਂ ਇਹਨੂੰ ਨਾ ਸੋਧ ਸਕੇ, ਬਾਣੀ ਨਾਲ ਕਿਵੇਂ ਜੁੜਾਂਗੇ? ਮੈਂ ਗੱਲ ਕਰ ਰਿਹਾ ਸੀ, ਹੰਸ ਦੀ ਬਿਰਤੀ ਗੁਰੂ ਸਾਹਿਬ ਨੇ ਸਿੱਖ ਦੇ ਅੰਦਰ ਜਗਾਈ ਹੈ। ਉਹ ਕਹਿੰਦੇ ਨੇ, ਇੱਕ ਬਚਨ ਆਉਂਦਾ ਹੈ, ਕਹਿੰਦੇ ਪਹਿਲਾਂ ਜਦੋਂ ਕੋਈ ਕਿਸੇ ਤਲਾਬ ਵਿੱਚ ਇਸ਼ਨਾਨ ਕਰਦਾ ਸੀ ਤੇ ਉਹਦਾ ਇੱਕ ਤਰੀਕਾ ਹੁੰਦਾ ਸੀ ਕਿ ਉਹਨੇ ਜਦੋਂ ਉਸ ਤਲਾਬ ਦੇ ਵਿੱਚ ਵੜਨਾ ਤੇ ਉਸ ਤਲਾਬ ਦੇ ਉੱਪਰਲਾ ਜਿਹੜਾ ਪਾਣੀ, ਜਿਹਦੇ ਉੱਤੇ ਧੂੜ ਮਿੱਟੀ ਹੁੰਦੀ ਸੀ ਜਾਂ ਜਿਹਦੇ ਉੱਤੇ ਚੌਪੱਤੀ ਹੁੰਦੀ ਸੀ ਜਾਂ ਜਾਲਾ ਹੁੰਦਾ ਸੀ, ਉਹਨੂੰ ਹੱਥਾਂ ਨਾਲ ਦੋਵਾਂ ਪਾਸੇ ਕਰਕੇ ਉੱਪਰੋਂ ਪਾਣੀ ਨੂੰ ਵੱਖਰਾ ਕਰਕੇ ਤੇ ਥੱਲੇ ਵਾਲੇ ਪਾਣੀ ਵਿੱਚ ਚੁੱਭੀ ਮਾਰ ਕੇ ਇਸ਼ਨਾਨ ਕਰਕੇ ਨਿਕਲ ਜਾਣਾ। ਇਹਨੂੰ ਸਤਿਗੁਰੂ ਨੇ ਬਾਣੀ ਵਿੱਚ ਕਿਹਾ। ਕਹਿਣ ਲੱਗੇ, ਨਿਤ ਪ੍ਰਤ ਨਾਵਣ ਰਾਮ ਸਰ ਕੀਜੈ। ਕਿਵੇਂ ਕਰੀਏ ਇਸ਼ਨਾਨ? ਤੇ ਰਾਮ ਸਰ ਕਿਹੜਾ ਹੈ? ਇੱਕ ਤੇ ਸਰੋਵਰ ਹੋਇਆ ਬਾਹਰਲਾ। ਨਿਤ ਪ੍ਰਤ ਨਾਵਣ, ਹੁਣ ਨਿਤ ਤੇ ਸਿੱਖ ਅੰਮ੍ਰਿਤਸਰ ਨਹੀਂ ਨਾ ਚੱਲਾ, ਇਹ ਵਾਕਈ ਕਿਸੇ ਹੋਰ ਸਰੋਵਰ ਦੀ ਗੱਲ ਹੋ ਰਹੀ ਹੈ। ਅੱਗੇ ਕਹਿੰਦੇ ਨੇ ਝੋਲ ਮਹਾਰਸ। ਝੋਲ ਦਾ ਮਤਲਬ ਹੈ ਵੀ ਜਦੋਂ ਪਾਣੀ ਖੜਾ ਹੋਵੇ, ਉਹਦੀ ਉੱਪਰਲੀ ਸਤ੍ਹਾ ਨੂੰ ਹੱਥ ਨਾਲ ਪਾਸੇ ਕਰਕੇ ਜਾਲੇ ਨੂੰ ਤੇ ਵਿੱਚੋਂ ਇਸ਼ਨਾਨ ਕਰੇ। ਝੋਲ ਦਾ ਮਤਲਬ ਇਹ ਹੈ। ਝੋਲ ਮਹਾਰਸ, ਇੱਕ ਅੰਦਰ ਮਹਾਰਸ। ਗੁਰੂ ਕਿਰਪਾ ਕਰੇ, ਅਸੀਂ ਬਾਣੀ ਦੇ ਜਿੱਥੇ ਅਖੰਡ ਪਾਠ ਕਰਾਉਂਦੇ ਹਾਂ, ਕਿਉਂਕਿ ਗੁਰੂ ਨੇ ਸਾਨੂੰ ਮਾਇਆ ਬਹੁਤ ਦੇ ਦਿੱਤੀ, ਕਰਾਉਣੇ ਚਾਹੀਦੇ ਨੇ। ਕੋਈ ਇੱਕ ਅੱਧਾ ਸ਼ਬਦ ਵੀ ਕੰਨਾਂ ਵਿੱਚ ਜਾਣ ਦਈਏ, ਕੋਈ ਪਤਾ ਵੀ ਲੱਗੇ ਬਾਣੀ ਕਹਿ ਕੀ ਰਹੀ ਹੈ। ਇਹ ਨਾ ਗੱਲ ਬਣ ਜਾ ਵੀ ਪੜ੍ਹ ਕੇ ਗੱਡੇ ਭਰੀ ਜਾਈ ਆਸਾ ਦੀ ਵਾਰੋ। ਪੜ੍ਹ ਗੱਡੀ ਲੱਦੀ ਹੈ, ਪੜ੍ਹ ਭਰੀ ਹੈ,
ਭਾਰ ਪੜ ਪੜ ਬੇਰੀ ਪਾਈਐ, ਪੜ ਪੜ ਗੱਡੀਐ ਖਾਤ, ਪੜੀਐ ਜੇਤੇ ਬਰਸ ਬਰਸ ਪੜੀਐ ਜੇਤੇ ਮਾਸ। ਸਾਡੀ ਇੱਕ ਆਦਤ ਬਣ ਗਈ ਹੈ। ਆ ਜਦੋਂ ਸੰਗਤ ਬੋਲਦੀ, ਕਈ ਵਾਰੀ ਸੰਗਤ 'ਚ ਖੜੇ ਹੋਈਦਾ, ਮੈਂ ਵੇਖਿਆ ਵੀ ਜਿਹਨੂੰ ਨਹੀਂ ਵੀ ਸ਼ਬਦ ਆਉਂਦਾ ਉਹਨੇ ਵੀ ਕੁਝ ਨਾ ਕੁਝ ਬੋਲਣਾ ਹੀ ਬੋਲਣਾ। ਨਹੀਂ ਆਉਂਦਾ ਤੇ ਕੁਝ ਹੋਰ ਹੀ ਬੋਲ ਦਿਓ। ਇਹ ਕੀ ਕਾਰਨ ਹੈ ਕਿ ਅਸੀਂ ਇਸ ਚੀਜ਼ ਨੂੰ ਸਮਝਣਾ ਨਹੀਂ ਚਾਹੁੰਦੇ, ਕਿਉਂਕਿ ਜੇ ਸਮਝ ਲਿਆ ਤੇ ਮਨ ਤੇ ਚੋਟ ਲੱਗੇਗੀ ਵੀ ਆਪਾਂ ਠੀਕ ਨਹੀਂ ਕਰ ਰਹੇ, ਇਸ ਕਰਕੇ ਪੜ੍ਹੀ ਚੱਲੋ, ਸਮਝੋ ਨਾ। ਇਹ ਬੜਾ ਸੌਖਾ ਤਰੀਕਾ ਹੈ। ਉਹ ਗੱਲ ਵੱਖਰੀ, ਬਾਣੀ ਪੜ੍ਹੀ ਜਾਣਾ ਇੱਕ ਦਿਨ ਸਮਝ ਆਉਂਦੀ ਪੜ੍ਹਨ ਨਾਲ। ਪਰ ਜੇ ਆਪਾਂ 20-25 ਸਾਲ ਤੋਂ ਪੜ੍ਹੀ ਜਾ ਰਹੇ ਹਾਂ, ਕਦੀ ਅੰਦਰ ਨੂੰ ਜਗਾਇਆ ਹੀ ਨਹੀਂ ਵੀ ਬਾਣੀ ਕਹਿ ਕੀ ਰਹੀ ਹੈ, ਫਿਰ ਉਸ ਪੜ੍ਹਨ ਦੇ ਕੀ ਅਰਥ ਹੋ ਸਕਦੇ ਨੇ। ਚਲੋ ਇੱਕ ਤਾਂ ਹੈ ਵੀ ਸਿੱਖ ਸਾਲ ਤੋਂ ਪੜ੍ਹਦਾ, ਮਨ ਨੂੰ ਤਸੱਲੀ ਦੇ ਲਈ ਪੜ੍ਹ ਆਏ, ਕਰ ਆਏ, ਹੋ ਗਿਆ। ਇਹ ਮਨੋਕਲਪਿਤ ਭਰਮ ਸਥਿਤੀ ਹੈ। ਸਤਿਗੁਰੂ ਨੇ ਕਿਹਾ ਪੜ੍ਹ ਵੀ, ਪਾਠ ਕਰ, ਵਾਰ-ਵਾਰ ਕਰ, ਕੋਈ ਕਰਮ ਕਾਂਡ ਨਹੀਂ। ਪਰ ਇੱਕ ਗੱਲ ਖਿਆਲ ਰੱਖੀ, ਇਹ ਨਾ ਕਿਤੇ ਗੱਲ ਬਣ ਜਾਏ ਕਿ ਮਨਮੁਖ ਕਥੈ ਕਥ ਲੋਕ ਸੁਣਾਵੈ, ਜੋ ਬੋਲੇ ਸੋ ਨਾ ਵਿਚਾਰੈ। ਤੂੰ ਜਿਹੜੀ ਗੱਲ ਬੋਲ ਰਿਹਾ ਉਹਦੇ ਨਾਲ ਵਿਚਾਰ ਤੇ ਕਦੀ ਜੋੜ ਆਪਣੀ, ਉਹਨੂੰ ਤੇ ਠੀਕ ਕਰ, ਪਰ ਵਿਚਾਰ ਨਹੀਂ ਜੁੜਦੀ। ਇੱਕ ਕਰਮ ਦੀ ਜਿਹੜੀ ਹੈ ਇਹ ਲਾਈਨ ਖੜੀ ਹੋ ਜਾਂਦੀ ਹੈ, ਇੱਕ ਦੂਜੇ ਦੇ ਪਿੱਛੇ ਪੂੰਛ ਫੜ ਕੇ ਤੁਰਨ ਦੀ ਦੁਨੀਆ ਆਰੰਭ ਹੋ ਜਾਂਦੀ ਹੈ। ਸਤਿਗੁਰੂ ਨੇ ਕਿਹਾ ਨਹੀਂ, ਇਹ ਤੇ ਆਖਣ ਸੁਣਨਾ ਕਿਤੇ ਪਾਉਣ ਦੀ ਬਾਣੀ ਨਾ ਹੋ ਜਾਏ। ਆਖਣ ਸੁਣਨਾ ਪਾਉਣ ਕੀ ਬਾਣੀ, ਇਹ ਮਨ ਰੱਤਾ ਮਾਇਆ। ਤਾਂ ਮੈਂ ਬੇਨਤੀ ਕਰ ਰਿਹਾ ਸਾਂ, ਗੁਰੂ ਸਾਹਿਬ ਨੇ ਕਿਹਾ ਸਰੀਰ ਇੱਕ ਸਰੋਵਰ ਹੈ, ਜਿਹਨੂੰ ਕਹਿ ਨਿਤ ਪ੍ਰਤ ਨਹਾਵਣ ਰਾਮ ਸਰ ਕੀਜੈ। ਤੇ ਸਰੀਰ ਜਿਹੜਾ ਸਰੋਵਰ ਹੈ, ਇਹਦੇ ਉੱਤੇ ਮੈਲ ਜੰਮੀ ਹੋਈ ਹੈ ਸੰਸਾਰ ਦੀ, ਕਿਉਂਕਿ ਇਹਦੇ ਵਿੱਚ ਸਰੀਰ ਰਹਿੰਦਾ ਸੰਸਾਰ ਵਿੱਚ। ਇਸ ਸਰੀਰ ਰੂਪੀ ਸਰੋਵਰ ਦੇ ਵਿੱਚੋਂ ਝੋਲ ਦਾ ਅਰਥ ਹੈ ਉੱਤੋਂ ਪਾਸੇ ਕਰਕੇ ਵਿੱਚੋਂ ਅੰਮ੍ਰਿਤ ਪੀ ਲੈ। ਬਾਣੀ ਦੇ ਨਾਲ ਉੱਪਰਲੀ ਮੈਲ ਲਾ ਤੇ ਵਿੱਚ ਟੁੱਬੀ ਮਾਰ ਕੇ ਸਰੀਰ ਦੇ ਅੰਦਰੋਂ ਅੰਮ੍ਰਿਤ ਕੱਢ ਕੇ ਪੀ। ਨਿਤ ਪ੍ਰਤ ਨਹਾਵਣ ਰਾਮ ਸਰ ਕੀਜੈ। ਇਸ ਸਰੀਰ ਰੂਪੀ ਸਰੋਵਰ ਰਾਮ ਸਰ ਅਕਾਲ ਪੁਰਖ ਦੇ ਸਰੋਵਰ ਦੇ ਉੱਤੇ ਜਿਹੜੀ ਮੈਲ ਪਈ ਹੋਈ ਹੈ, ਗੁਰੂ ਕੇ ਸ਼ਬਦ ਦੁਆਰਾ ਇਸ ਮੈਲ ਨੂੰ ਉਤੋਂ ਹਟਾ ਕੇ ਝੋਲ ਕੇ ਇਸ ਸਰੀਰ ਦੇ ਵਿੱਚੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਲੈ। ਝੋਲ ਮਹਾਰਸ ਹਰ ਅੰਮ੍ਰਿਤ ਪੀਜੈ। ਬੇਨਤੀ ਕਰ ਰਿਹਾ ਸੀ ਕਿ ਹੰਸ ਦੀ ਇੱਕ ਬਿਰਤੀ ਹੈ, ਜਿਹੜੀ ਸਾਧ ਸੰਗਤ ਸੱਚ ਨੂੰ ਗ੍ਰਹਿਣ ਕਰ ਲੈਂਦੀ ਹੈ ਤੇ ਝੂਠ ਆਪਣੇ ਆਪ ਹੀ ਛੁੱਟ ਜਾਂਦਾ, ਉਹਨੂੰ ਛੱਡਣਾ ਨਹੀਂ ਪੈਂਦਾ। ਜਿਵੇਂ ਹੰਸ ਚਿੰਝ ਪਾਉਂਦਾ ਦੁੱਧ ਵਿੱਚ, ਪਾਣੀ ਵੱਖਰਾ ਹੋ ਜਾਂਦਾ ਤੇ ਦੁੱਧ ਵੱਖਰਾ ਹੋ ਜਾਂਦਾ ਹੈ। ਗੁਰਸਿੱਖ ਜਦੋਂ ਬਾਣੀ ਨਾਲ ਜੁੜਦਾ ਹੈ, ਗੁਰੂ ਕੀ ਸੇਵਾ ਵਿੱਚ, ਗੁਰੂ ਕੇ ਪਿਆਰ ਵਿੱਚ ਜਿਉਂਦਾ ਹੈ, ਤੇ ਇੱਕ ਦਿਨ ਉਹਦੀ ਬੁੱਧੀ ਜਿਹੜੀ ਹੰਸ ਬੁੱਧੀ ਹੋ ਜਾਂਦੀ ਹੈ। ਉਹਨੂੰ ਆਪਣੇ ਆਪ ਪਤਾ ਲੱਗ ਜਾਂਦਾ ਹੈ ਸੰਸਾਰ ਵਿੱਚੋਂ ਗ੍ਰਹਿਣ ਕਰਨ ਯੋਗ ਕੀ ਹੈ, ਲੈਣ ਯੋਗ ਕੀ ਹੈ ਤੇ ਛੱਡਣ ਯੋਗ ਕੀ ਹੈ। ਖੈਰ ਮੈਂ ਵਿਸ਼ੇ ਵੱਲ ਆਵਾਂ ਕਿ ਸਤਿਗੁਰੂ ਨੇ ਬਚਨ ਕਹੇ ਨੇ, ਤਰੀਕਾ ਹੈ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ, ਬੜੀ ਵੱਡੀ ਇਹਦੇ ਵਿੱਚ ਨਿਮਰਤਾ ਹੈ। ਕਹਿੰਦੇ ਨੇ ਪ੍ਰਥਮ ਕਰੂੰ ਭਗਵਤ ਕੋ ਧਿਆਨਾ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਕਿ ਮੈਂ ਸਭ ਤੋਂ ਪਹਿਲਾਂ ਜਦੋਂ ਕੋਈ ਵੀ ਕਵਿਤਾ ਉਚਾਰਨ ਕਰਨੀ ਹੋਵੇ, ਜਦੋਂ ਮੈਂ ਕੋਈ ਵੀ ਕਵਿਤਾ ਉਚਾਰਨ ਕਰਨੀ ਹੋਵੇ ਕੀ ਕਰਨਾ, ਇਹਦੇ ਵਿੱਚੋਂ ਸਾਨੂੰ ਬੜੀ ਵੱਡੀ ਸਿੱਖਿਆ ਵੀ ਮਿਲਦੀ ਹੈ। ਅਸੀਂ ਸਿੱਧੇ ਹੀ ਤੁਰ ਪੈਂਦੇ ਹਾਂ, ਕਹਿਣ ਲੱਗੇ ਨਹੀਂ ਪਹਿਲਾਂ ਮੈਂ ਧਿਆਨ ਕਰਨਾ। ਇੱਥੇ ਨਾਮ ਜਪਣਾ ਨਹੀਂ ਕਿਹਾ ਉਹਨਾਂ ਨੇ। ਵੇਖੋ ਕਈ ਥਾਵਾਂ ਤੇ ਕਿਹਾ ਵੀ ਮੈਂ ਨਾਮ ਜਪਣਾ, ਇੱਥੇ ਕਿਹਾ ਧਿਆਨ ਕਰਨਾ। ਕਿਉਂਕਿ ਧਿਆਨ ਜਿੰਨਾ ਚਿਰ ਬੰਦੇ ਦਾ ਨਹੀਂ ਨਾ ਜਾਗਦਾ, ਉਹਨਾਂ ਚਿਰ ਉਹ ਜਿਹੜਾ ਕੰਮ ਕਰੇਗਾ ਉਹ ਪੂਰਾ ਨਹੀਂ ਕਰ ਸਕੇਗਾ। ਪ੍ਰਥਮ ਧਰੋਂ ਭਗਵਤ ਕੋ ਧਿਆਨਾ। ਇੱਥੇ ਭਗਵਤ ਦੇ ਅਰਥ ਕੀ ਨੇ? ਕਿਉਂਕਿ ਇਸ ਬਾਣੀ ਦੇ ਬਾਰੇ ਕਈ ਸ਼ੰਕੇ ਵੀ ਪੈਦਾ ਹੋਏ। ਭਗਵਤ ਦੇ ਅਰਥ ਕਈਆਂ ਨੇ ਕੋਈ ਕਹਿ ਦਿੱਤਾ ਕੋਈ ਦੇਵਤਾ ਹੋਵੇਗਾ, ਕੋਈ ਦੇਵੀ ਹੋਵੇਗੀ। ਭਗਵਤ ਦੇ ਅਰਥ ਨੇ ਅਕਾਲ ਪੁਰਖ ਵਾਹਿਗੁਰੂ। ਬਾਣੀ ਪੜ੍ਹੋ। ਭਗਤ ਰਵਿਦਾਸ ਜੀ ਕਹਿੰਦੇ ਨੇ
ਤਰਤਾਰ ਅਪਵਿੱਤਰ ਕਰ ਮਾਨਿਆ ਰੇ, ਜੈਸੇ ਕਾਗਰਾ ਕਰਤ ਵਿਚਾਰੰ, ਭਗਤ ਭਗਉਤ ਲਿਖਿਆ ਤਿਹ ਉਪਰੇ। ਭਗਉਤ ਦਾ ਅਰਥ ਹੈ ਪਰਮਾਤਮਾ ਦੀ ਭਗਤੀ ਜੇ ਉਸ ਕਾਗਜ਼ ਤੇ ਲਿਖੀ ਜਾਏ। ਪੂਜਿਆ ਕਰ ਨਮਸਕਾਰੰ, ਇਸ ਕਰਕੇ ਭਗਵਤ ਦੇ ਅਰਥ ਨੇ ਪਰਮਾਤਮਾ। ਗੁਰੂ ਕਲਗੀਧਰ ਪਾਤਸ਼ਾਹ ਜਿੱਥੇ ਸਾਧ ਸੰਗਤ ਤਲਵਾਰ ਹੱਥ ਵਿੱਚ ਰੱਖਦੇ ਨੇ, ਜਿੱਥੇ ਉਹਨਾਂ ਕੋਲ ਤੀਰ ਕਮਾਨ ਹੈ, ਬੜੇ ਸੂਰਮੇ ਨੇ, ਘੋੜ ਸਵਾਰ ਬੜੇ ਵੱਡੇ ਨੇ, ਉੱਥੇ ਗੁਰੂ ਕੇ ਸਵਾਰਿਓ ਧਿਆਨੀ ਵੀ ਬੜੇ ਵੱਡੇ ਨੇ। ਧਿਆਨ ਉਹਨਾਂ ਦਾ ਬਹੁਤ ਵੱਡਾ ਹੈ। ਇੰਨਾ ਧਿਆਨ ਕਹਿੰਦੇ ਨੇ ਕਿ ਮੈਦਾਨੇ ਜੰਗ ਦੇ ਅੰਦਰ ਸਤਿਗੁਰੂ ਇੰਨੀ ਉਹਨਾਂ ਦੇ ਜੰਗੀ ਸੁਭਾਅ ਦੇ ਵਿੱਚ ਫੁਰਤੀਲਾਪਣ ਸੀ ਕਿ ਉਹ ਵਰਦੇ ਹੋਏ ਤੀਰਾਂ ਦੇ ਵਿੱਚੋਂ ਆਪਣੇ ਸਰੀਰ ਨੂੰ ਇਸ ਤਰ੍ਹਾਂ ਵਲ ਦੇ ਕੇ ਬਚਾ ਲੈਂਦੇ ਸਨ ਕਿ ਤੀਰਾਂ ਦਾ ਭਾਵੇਂ ਮੀਂਹ ਪਾ ਦਿਓ, ਉਹਨਾਂ ਦੀ ਮਾਰ ਥੱਲੇ ਨਹੀਂ ਸਨ ਆਉਂਦੇ। ਇਹ ਸਾਰਾ ਕੰਮ ਧਿਆਨ ਦਾ ਹੈ ਨਾ, ਸਿਮਰਨ ਦਾ ਹੈ ਨਾ। ਜਿੰਨਾ ਧਿਆਨ ਹੈ ਬੰਦੇ ਵਿੱਚ, ਓਨਾ ਹੀ ਉਹ ਵੱਡਾ ਸੂਰਮਾ ਹੈ। ਇੱਕ ਉਹਨਾਂ ਨੇ ਆਪਣੀ ਜੰਗ ਦਾ ਇੱਕ ਥਾਂ ਤੇ ਵਰਣਨ ਕੀਤਾ ਹੈ, ਭੰਗਾਣੀ ਦਾ ਯੁੱਧ ਜਿੱਥੇ ਪਹਿਲਾ ਜੰਗ ਹੋਇਆ ਹੈ ਪਾਉਂਟਾ ਸਾਹਿਬ ਦੀ ਧਰਤੀ ਤੇ, ਉੱਥੇ ਉਹ ਆਪ ਲਿਖਦੇ ਨੇ, ਕਹਿੰਦੇ 22 ਧਾਰ ਦੇ ਪਹਾੜੀ ਜਿਹੜੇ ਰਾਜੇ ਨੇ, ਉਹਨਾਂ ਵਿੱਚੋਂ ਇੱਕ ਫਤਿਹ ਸ਼ਾਹ ਸੀ। ਫਤਿਹ ਸ਼ਾਹ ਕੋਪਾ ਬਹੁ ਰਾਜਾ, ਲੋ ਪੜਾ ਹਮ ਸਿਉ ਬਿਨ ਕਾਜਾ। ਕਹਿੰਦੇ ਫਤਿਹ ਸ਼ਾਹ ਸਾਡੇ ਨਾਲ ਬਿਨਾਂ ਕੰਮ ਤੋਂ ਹੀ ਲੜ ਪਿਆ, ਸਾਡਾ ਕੋਈ ਲੈਣਾ ਦੇਣਾ ਨਹੀਂ ਸੀ ਉਹਦੇ ਨਾਲ। ਬਿਨਾਂ ਕੰਮ ਤੋਂ ਬੜੇ ਕ੍ਰੋਧ ਵਿੱਚ ਆ ਗਿਆ। ਕਹਿੰਦੇ ਪਹਿਲਾਂ ਮਿੱਤਰ ਸੀ ਤੇ ਬਾਅਦ ਵਿੱਚ ਕਹਿੰਦੇ ਸਾਡੇ ਨਾਲ ਝਗੜ ਪਿਆ, ਲੜਾਈ ਸ਼ੁਰੂ ਹੋ ਗਈ। ਕਹਿੰਦੇ ਉਹਨਾਂ ਪਹਾੜੀਆਂ ਦੇ ਵਿੱਚ ਇੱਕ ਬੜਾ ਮੰਨਿਆ ਜਰਨੈਲ ਸੀ ਜਿਹਦਾ ਨਾਮ ਸੀ ਹਰੀ ਚੰਦ। ਸਾਧ ਸੰਗਤ ਹੰਡੂਰੀਆ ਜਿਹਦਾ ਨਾਮ ਸੀ, ਬੜਾ ਸੂਰਮਾ, ਤੀਰ ਅੰਦਾਜ਼ੀ ਦਾ ਜਿਹੜਾ ਸਿਰਾ ਸੀ। ਕਹਿੰਦੇ ਨੇ ਵੀ ਅਰਜਨ ਤੋਂ ਬਾਅਦ ਮੰਨਿਆ ਜਾਂਦਾ ਸੀ ਵੀ ਇਹ ਹਰੀ ਚੰਦ ਹੀ ਰਾਜਾ ਹੈ, ਬੜਾ ਸੂਰਮਾ ਸੀ। ਕਹਿੰਦੇ ਸਾਡੇ ਸਾਹਮਣੇ ਉਹ ਆ ਗਿਆ, ਬੜੇ ਕ੍ਰੋਧ ਵਿੱਚ ਤੁਰਿਆ ਹੁੰਦਾ, ਘੋੜੇ ਤੇ ਚੜ੍ਹ ਕੇ ਮਾਰੇ ਬਕਾਰੇ ਕਰਦਾ ਹੁੰਦਾ ਹੈ। ਤੇ ਉਸ ਜੰਗ ਦੇ ਅੰਦਰ ਸਾਧ ਸੰਗਤ ਇੱਕ ਹੋਰ ਵੀ ਬੜਾ ਸੂਰਮਾ ਸੀ, ਜਿੱਥੇ ਕਈ ਸੂਰਮਿਆਂ ਨੇ ਗੁਰੂ ਸਾਹਿਬ ਦੇ 5 ਭੂਆ ਦੇ ਪੁੱਤਰ, ਭਾਈ ਸੰਗੋ ਸ਼ਾਹ ਹੋਰੀ, ਬੀਬੀ ਵੀਰੋ ਦੇ ਪੁੱਤਰ, ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਪੁੱਤਰੀ ਬੀਬੀ ਵੀਰੋ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਭੂਆ ਲੱਗਦੇ ਸਨ। ਉਹਨਾਂ ਦੇ 5 ਪੁੱਤਰ ਸਨ, ਉਹ ਵੀ ਸਤਿਗੁਰਾਂ ਦੇ ਨਾਲ ਇਸ ਜੰਗ ਵਿੱਚ ਸਨ। ਇਹਨਾਂ ਵਿੱਚੋਂ ਸਾਧ ਸੰਗਤ ਇੱਕ ਕਿਰਪਾਲ ਚੰਦ ਉਦਾਸੀ, ਉਦਾਸੀਆਂ ਵਿੱਚੋਂ, ਕਿਉਂਕਿ ਗੁਰੂ ਸਾਹਿਬ ਦੇ ਕੋਲ ਉਦੋਂ 500 ਦੇ ਕਰੀਬ ਉਦਾਸੀ ਰਹਿੰਦੇ ਸਨ ਨਾਲ। ਅੱਜ ਕਈ ਵਾਰੀ ਕੋਈ ਸੱਜਣ ਕਹਿ ਦਿੰਦੇ ਨੇ ਉਦਾਸੀਆਂ ਦਾ ਸਿੱਖ ਪੰਥ ਨਾਲ ਤੇ ਕੋਈ ਵਾਸਤਾ ਨਾਤਾ ਹੀ ਨਹੀਂ। ਹਾਂ, ਉਹਨਾਂ ਉਦਾਸੀਆਂ ਨਾਲ ਸਿੱਖ ਕੌਮ ਦਾ ਕੋਈ ਨਾਤਾ ਨਹੀਂ ਜਿਹੜੇ ਸਵੇਰੇ ਉੱਠਦੇ ਆ ਇੱਕ ਤੋਲਾ ਫੀਮ ਦਾ ਖਾ ਕੇ ਬਹਿ ਜਾਂਦੇ ਨੇ। ਤੇ ਇਕੱਲੇ ਉਦਾਸੀਆਂ ਦੀ ਗੱਲ ਨਹੀਂ, ਮੈਂ ਕਹਿੰਦਾ ਭਾਵੇਂ ਉਹ ਕੋਈ ਵੀ ਹੋਵੇ ਖਾਂ ਆਦਮੀ। ਅਸੀਂ ਉਦਾਸੀਆਂ ਨੂੰ ਤੇ ਕਹਿ ਦਿੱਤਾ ਉਹ ਨਸ਼ਾ ਕਰਦੇ ਨੇ, ਤੇ ਜਿਹੜੇ ਸਾਡੇ ਦਲਾਂ ਵਿੱਚ ਨਸ਼ੇ ਚੱਲਦੇ ਨੇ ਉਹਨਾਂ ਦੀ ਕਿਉਂ ਨਹੀਂ ਗੱਲ ਕਰਦੇ? ਉਹ ਕਿਵੇਂ ਪ੍ਰਵਾਨ ਹੋ ਗਏ? ਉਹਨਾਂ ਨੂੰ ਪ੍ਰਵਾਨਗੀ ਕਿਵੇਂ ਦਿੱਤੀ? ਉਹ ਕਿਵੇਂ ਪੰਥਕ ਹੋ ਗਏ? ਉਹ ਜੋ ਮਰਜ਼ੀ ਕਰੀ ਜਾਣ, ਜੋ ਮਰਜ਼ੀ ਖਾਈ ਜਾਣ, ਜੋ ਮਰਜ਼ੀ ਝਟਕਾਈ ਜਾਣ? ਨਹੀਂ, ਸਾਡੀ ਇੱਕ ਬਿਮਾਰੀ ਹੈ, ਅਸੀਂ ਜਿਹਨੂੰ ਨਿਸ਼ਾਨਾ ਬਣਾਉਣਾ ਹੈ ਉਹਨੂੰ ਬਣਾ ਦੇਣਾ, ਉਹਦੇ ਅਵਗੁਣ, ਉਹਦੇ ਉੱਤੇ ਸਾਰੇ ਅਵਗੁਣ ਇਕੱਠੇ ਕਰਕੇ ਲਾ ਦੇਣੇ ਨੇ। ਤੇ ਜਿਹੜਾ ਸਾਧ ਸੰਗਤ ਸਾਡਾ ਆਪਣਾ ਦਿਸਦਾ ਸਾਨੂੰ, ਉਹਦੇ ਭਾਵੇਂ 50 ਅਵਗੁਣ ਨੇ, ਉਹਦੇ ਉੱਤੇ ਚਾਦਰਾਂ ਪਾਈ ਜਾਣੀ, ਢੱਕੀ ਜਾਣਾ। ਇਹ ਤੇ ਪੰਥਕ ਹੈ ਜੀ, ਗੁਰੂ ਨੇ ਬਖਸ਼ ਹੀ ਦੇਣਾ ਇਹਨੂੰ, ਕੋਈ ਗੱਲ ਨਹੀਂ। ਤੇ ਜਿਹੜਾ ਦੂਸਰਾ ਹੈ ਉਦਾਸੀ, ਕਹਿੰਦੇ ਇਹ ਕਿਹੜਾ ਅੰਗ ਨੇ? ਮੈਂ ਬੇਨਤੀ ਕਰਾਂ, ਜੇ ਉਦਾਸੀ ਇੰਨੇ ਹੀ ਗਲਤ ਸਨ, ਗੁਰੂ ਗੋਬਿੰਦ ਸਿੰਘ ਨੇ 500 ਉਦਾਸੀ ਕਿਉਂ ਰੱਖਿਆ ਪਾਉਂਟਾ ਸਾਹਿਬ ਦੀ ਧਰਤੀ ਤੇ? ਉਹਨਾਂ ਨੂੰ ਕਹਿੰਦੇ ਦੌੜ ਜਾਓ, ਮੇਰੇ ਕੋਲ ਨਹੀਂ ਤੁਹਾਡੇ ਵਾਸਤੇ ਪ੍ਰਸ਼ਾਦਾ ਖਵਾਉਣ ਵਾਸਤੇ, ਕਿਉਂ ਰੱਖ ਲਿਆ? ਪਰ ਜਿੱਦਣ ਸਵੇਰੇ ਜੰਗ ਹੋਣਾ ਸੀ, ਰਾਤ ਨੂੰ ਉਦਾਸੀਆਂ ਨੂੰ ਪਤਾ ਲੱਗ ਗਿਆ ਵੀ ਸਵੇਰੇ ਲੜਾਈ ਹੋਣੀ ਹੈ। ਉਹਨਾਂ ਨੇ
ਅੰਦਰੋਂ ਅੰਦਰੀ ਸਲਾਹ ਕੀਤੀ ਵੀ ਗੁਰੂ ਕੋਲ ਤੇ ਬੰਦੇ ਹੀ ਥੋੜ੍ਹੇ ਨੇ, ਸਵੇਰੇ ਇਹਦੀ ਹਾਰ ਹੋ ਜਾਣੀ ਹੈ, ਡੇਰਾ ਲੁੱਟਿਆ ਜਾਣਾ। ਰਾਤੋਂ ਰਾਤ ਸਾਰੇ ਉਦਾਸੀ ਸਾਧ ਸੰਗਤ ਆਪੋ ਆਪਣੇ ਕੱਪੜੇ ਚੁੱਕ ਕੇ ਦੌੜ ਗਏ। ਗੁਰੂ ਸਾਹਿਬ ਨੂੰ ਸਵੇਰੇ ਖਬਰ ਮਿਲੀ, ਮਹਾਰਾਜ ਤੁਹਾਡੇ ਜਿਹੜੇ ਕਈ ਮਹੀਨਿਆਂ ਤੋਂ ਬਦਾਮਾਂ ਵਾਲੀ ਖੀਰ ਖਾਂਦੇ ਰਹੇ ਨਾ, ਉੱਥੇ ਇੱਕ ਵੀ ਨਹੀਂ, ਖਾਲੀ ਪਿਆ ਸਾਰਾ। ਹਜ਼ੂਰ ਨੇ ਕਿਹਾ ਅੱਛਾ ਕੀ ਗੱਲ ਹੋਈ, ਦੇਖ ਕੇ ਆਓ, ਕੋਈ ਹੈ ਉਹਨਾਂ ਵਿੱਚੋਂ? ਅਜੇ ਗੱਲ ਚੱਲ ਹੀ ਰਹੀ ਸੀ, ਜੰਗ ਦੀ ਤਿਆਰੀ ਹੋ ਰਹੀ ਸੀ ਕਿ ਇੱਕ ਸਾਧ ਸੰਗਤ ਮੋਟਾ ਸਾਰਾ ਸੋਟਾ ਲੈ ਕੇ ਹੱਥ ਵਿੱਚ, ਬਹੁਤ ਵੱਡਾ ਕੁਤਕਾ ਲੈ ਕੇ, ਜਿਹੜਾ ਬੜਾ ਭਾਰਾ ਸੀ। ਉਹਨਾਂ ਉਦਾਸੀਆਂ ਦਾ ਜਿਹੜਾ ਮੁੱਖ ਮਹੰਤ ਸੀ ਵੱਡਾ, ਭਾਈ ਕਿਰਪਾਲ ਦਾਸ ਉਦਾਸੀ, ਉਹ ਸਾਹਮਣੇ ਆ ਗਿਆ, ਨਮਸਕਾਰ ਕੀਤੀ। ਮਹਾਰਾਜ ਕਹਿੰਦੇ ਤੁਸੀਂ ਕਹਿੰਦੇ ਉਦਾਸੀ ਦੌੜ ਗਏ ਨੇ, ਆਹ ਵੇਖੋ ਕਿਰਪਾਲ ਚੰਦ ਤੇ ਇੱਥੇ ਹੀ ਖੜਾ। ਕਹਿੰਦਾ ਮਹਾਰਾਜ ਸੱਚ ਹੈ, ਦੌੜ ਗਏ ਵਾਕਈ। ਫਿਰ ਤੁਸੀਂ ਨਹੀਂ ਗਏ? ਕਹਿਣ ਲੱਗੇ ਨਹੀਂ। ਉਹਨਾਂ ਦਾ ਨਾਤਾ ਸੀ ਖਾਣ ਪੀਣ ਤੱਕ, ਉਹਨਾਂ ਦਾ ਨਾਤਾ ਸੀ ਉਦਰ ਪੂਰਤੀ, ਸਰੀਰ ਦੀ ਪਾਲਣਾ ਕਰਨੀ। ਸਾਧ ਤੇ ਉਹ ਇਹ ਛੱਡ ਕੇ ਚਲੇ ਗਏ। ਜਦੋਂ ਦੇਖਿਆ ਵੀ ਹੱਥੋਂ ਜਾਂਦਾ ਸਭ ਕੁਝ, ਸਰੀਰ ਨਾ ਕਿਤੇ ਚਲਾ ਜਾਏ। ਸੱਚੇ ਪਾਤਸ਼ਾਹ ਮੇਰਾ ਨਿਸ਼ਾਨਾ ਕੱਲਾ ਲੰਗਰ ਨਹੀਂ ਸੀ, ਮੇਰਾ ਤੇ ਪਿਆਰ ਤੁਹਾਡੇ ਚਰਨਾਂ ਨਾਲ ਹੈ। ਕਿਰਪਾਲ ਦਾਸ ਜੇ ਜਿੰਦਾ ਰਹੇਗਾ ਤਾਂ ਵੀ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ ਰਹੇਗਾ, ਤੇ ਜੇ ਇਹਦਾ ਸਰੀਰ ਮੈਦਾਨੇ ਜੰਗ ਵਿੱਚ ਸ਼ਹੀਦ ਹੋ ਗਿਆ ਤੇ ਫਿਰ ਵੀ ਗੁਰੂ ਗੋਬਿੰਦ ਸਿੰਘ ਕੋਲ ਰਹੇਗਾ। ਜਿਉਂਦਾ ਤੇ ਮਰਦਾ ਤੁਹਾਡਾ। ਸਤਿਗੁਰਾਂ ਨੇ ਪਿਆਰ ਕੀਤਾ ਤੇ ਫਿਰ ਇੱਕ ਬਚਨ ਕੀਤਾ ਸੀ, ਕਹਿਣ ਲੱਗੇ ਉਦਾਸੀਆਂ ਦੀ ਜੜ ਬਚ ਗਈ ਹੈ। ਗੁਰੂ ਗੋਬਿੰਦ ਸਿੰਘ ਨੇ ਕਿਹਾ ਨਾ ਉਹ ਜੜ ਬਚੀ ਹੈ, ਅਸੀਂ ਕਿਵੇਂ ਪੁੱਟ ਲਵਾਂਗੇ? ਜਿਨ੍ਹਾਂ ਦੀ ਜੜ ਗੁਰੂ ਗੋਬਿੰਦ ਸਿੰਘ ਨੇ ਲਾਈ ਹੈ ਉਹ ਜੜ ਸਿੱਖ ਪੁੱਟਣ ਲੱਗ ਪੈਣ, ਉਹ ਸਿੱਖ ਕਿਵੇਂ ਹੋ ਸਕਦੇ ਨੇ? ਹਾਂ, ਗੁਣਾਂ ਦੇ ਆਧਾਰ ਤੇ ਉਸ ਮਰਿਆਦਾ ਵਿੱਚ ਕੋਈ ਰਵੇ, ਗੁਰੂ ਦਾ ਹੋ ਕੇ ਰਵੇ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਮਨ ਮਰਜ਼ੀ ਕਰਨ ਵਾਲੇ ਲੋਕ ਨਹੀਂ। ਜਿਹੜੇ ਲੋਕ ਗੁਰੂ ਗੋਬਿੰਦ ਸਿੰਘ ਦੀ ਮਰਿਆਦਾ ਨਾਲ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ 5 ਕਕਾਰਾਂ ਦੇ ਨਾਲ, ਖਾਲਸੇ ਦੀ ਰਹਿ ਰੀਤ ਦੇ ਨਾਲ ਨਫ਼ਰਤ ਕਰਦੇ ਨੇ, ਉਹ ਭਾਵੇਂ ਕੋਈ ਉਦਾਸੀ ਹੋਵੇ, ਕੋਈ ਨਿਰਮਲਾ ਹੋਵੇ, ਉਹ ਪ੍ਰਵਾਨ ਨੇ ਗੁਰੂ ਘਰ ਵਿੱਚ। ਉਹਨਾਂ ਵਿੱਚ ਜਿਹੜੇ ਪਿਆਰ ਵਾਲੇ ਨੇ, ਉਹਨਾਂ ਨੂੰ ਖਾਲਸੇ ਨੇ ਸਦਾ ਹੀ ਆਪਣੇ ਨਾਲ ਰੱਖਿਆ ਤੇ ਅੱਜ ਵੀ ਉਹ ਨਾਲ ਨੇ। ਉਹਨਾਂ ਨਾਲ ਅੱਜ ਵੀ ਉਸੇ ਤਰ੍ਹਾਂ ਸਾਂਝ ਤੇ ਪਿਆਰ ਹੈ। ਇਹ ਜਿਹੜਾ ਸਾਧ ਸੰਗਤ ਕਿਰਪਾਲ ਦਾਸ ਸੀ, ਸਿੱਖਾਂ ਨੇ ਮਖੌਲ ਵੀ ਕੀਤੇ, ਮਹਾਰਾਜ ਇਹ ਵਿਚਾਰਾ ਕੀ ਕਰੇਗਾ? ਹਜ਼ੂਰ ਕਹਿੰਦੇ ਨਹੀਂ, ਤੁਸੀਂ ਗੁਰੂ ਨਾਨਕ ਦਾ ਸਿਧਾਂਤ ਨਹੀਂ ਪੜ੍ਹਿਆ। ਜੇ ਉਹ ਅੰਦਰ ਵਸ ਜਾਏ, ਕੀੜੀ ਹਾਥੀ ਨੂੰ ਢਾਹ ਲੈਂਦੀ ਏ, ਜੇ ਉਹ ਆਪਣਾ ਹੱਥ ਖਿੱਚ ਲੈ ਤੇ ਹਾਥੀ ਤੋਂ ਕੀੜੀ ਵੀ ਨਹੀਂ ਮਾਰੀ ਜਾਂਦੀ। ਇਹ ਨਾ ਤੁਸੀਂ ਚਿੰਤਾ ਕਰੋ। ਜੰਗ ਭਖਿਆ ਸੀ ਤੇ ਸਾਧ ਸੰਗਤ ਕਿਰਪਾਲ ਦਾਸ ਉੱਥੇ ਖੜਾ ਹੈ, ਬੜੀ ਤੇਜ਼ੀ ਨਾਲ ਤੀਰ ਚੱਲ ਰਹੇ ਨੇ, ਬਹੁਤ ਕੁਝ ਹੋ ਰਿਹਾ ਹੈ। ਤੇ ਜਿਹੜੇ ਪਠਾਨ ਭੱਜ ਕੇ ਗਏ ਸਨ, ਇਹ ਲੰਬੀ ਗੱਲ ਹੈ, ਮੈਂ ਬਹੁਤੀ ਨਹੀਂ ਕਹਿ ਸਕਦਾ, ਸਮਾਂ ਥੋੜ੍ਹਾ ਹੈ। ਉਹਨਾਂ ਵਿੱਚ ਹਯਾਤ ਖਾਨ ਸੀ। ਜਿਹੜੇ ਪਠਾਨ 500 ਪਠਾਨ ਸੀ ਨਾ, ਜਿਹੜਾ ਪੀਰ ਬੁੱਧੂ ਸ਼ਾਹ ਨੇ ਗੁਰੂ ਗੋਬਿੰਦ ਸਿੰਘ ਜੀ ਕੋਲ ਭਰਤੀ ਕਰਾਇਆ ਸੀ, ਉਹ ਵੀ ਦੌੜ ਗਏ ਸਨ ਗੁਰੂ ਗੋਬਿੰਦ ਸਿੰਘ ਤੋਂ। ਉਹ ਹਯਾਤ ਖਾਨ ਉੱਚੀ ਉੱਚੀ ਰੌਲਾ ਪਾਉਂਦਾ ਆ ਰਿਹਾ, ਸਿੱਖਾਂ ਨੂੰ ਉਸ ਮੈਦਾਨੇ ਜੰਗ ਵਿੱਚ ਤੀਰਾਂ ਨਾਲ, ਗੋਲੀਆਂ ਨਾਲ ਸ਼ਹੀਦ ਕਰੀ ਆਉਂਦਾ ਹੈ। ਤੇ ਕੋਲ ਖੜਾ ਸੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਕਿਰਪਾਲ ਦਾਸ ਮਹੰਤ, ਹੱਥ ਵਿੱਚ ਕੁਤਕਾ ਫੜਿਆ ਹੋਇਆ, ਮੋਟਾ ਜਿਹਾ ਸੋਟਾ। ਹਯਾਤ ਖਾਨ ਨੂੰ ਵੇਖ ਕੇ, ਜਿਹੜਾ ਨਿਮਕ ਹਰਾਮ ਹੋ ਗਿਆ ਸੀ, ਗੁਰੂ ਗੋਬਿੰਦ ਸਿੰਘ ਦੇ ਕੋਲ ਰਹਿ ਰਹਿ ਕੇ ਅੱਜ ਵਿਰੋਧ ਵਿੱਚ ਲੜ ਰਿਹਾ ਸੀ, ਦੂਜੇ ਪਾਸਿਓਂ ਕਿਰਪਾਲ ਦਾਸ ਦੇ ਅੰਦਰਲੀ ਅਣਖ ਕਲਗੀਆਂ ਵਾਲੇ ਨੇ ਇੱਕ ਨਜ਼ਰ ਪਾਈ, ਉਹਦੇ ਵਿੱਚੋਂ ਅਣਖ ਜਾਗ ਪਈ, ਸੂਰਮਗਤੀ ਜਾਗ ਪਈ, ਕਲਾ ਜਾਗ ਪਈ। ਉਹਨੇ ਆਪਣੇ ਕੁਤਕਾ ਹੱਥ ਵਿੱਚ ਫੜਿਆ ਤੇ ਸੱਚੇ ਪਾਤਸ਼ਾਹ ਨੂੰ ਕਹਿੰਦਾ, ਮਹਾਰਾਜ ਇਹ ਦੁਸ਼ਟ ਹਯਾਤ ਖਾਨ ਨਿਮਕ ਹਰਾਮ ਅਕਿਰਤ ਕਣ, ਇਹ ਤੁਰਿਆ ਆਉਂਦਾ, ਮੈਨੂੰ ਦੇਖ ਕੇ ਰਿਹਾ ਨਹੀਂ ਜਾ ਰਿਹਾ, ਇਜਾਜ਼ਤ ਦਿਓ ਮੈਂ ਇਹਦੇ ਨਾਲ 2 ਹੱਥ ਕਰਾਂ। ਹਜ਼ੂਰ ਨੇ ਕਿਹਾ, ਦੇਖ ਲੈ ਕਿਰਪਾਲ ਦਾਸ, ਉਹ ਜਰਨੈਲ ਹੈ, ਆਮ ਸਿਪਾਹੀ ਨਹੀਂ। ਕਹਿੰਦੇ ਮਹਾਰਾਜ ਕੋਈ ਵੀ ਹੋਵੇ,
ਬਸ ਤੁਸੀਂ ਇਜਾਜ਼ਤ ਦਿਓ। ਅਗਲੀ ਗੱਲ ਜਿਵੇਂ ਹੋਵੇਗੀ ਉਹ ਰੱਬ ਨੂੰ ਪਤਾ ਹੈ। ਸਤਿਗੁਰੂ ਨੇ ਕਿਹਾ ਜਾਓ, ਤੁਸੀਂ ਆਪਣੇ ਮਨ ਦੀ ਇੱਛਾ ਪੂਰੀ ਕਰੋ। ਇੱਕ ਪਾਸੇ ਹਿਆਤ ਖਾਂ ਆ ਰਿਹਾ ਸੀ, ਕਹਿੰਦੇ ਨੇ ਕਿਰਪਾਲ ਦਾਸ ਨੇ ਘੋੜਾ ਵੀ ਮੰਗਿਆ ਸੀ, ਪਰ ਘੋੜਾ ਮੰਗਿਆ ਤੇ ਕਦੀ ਘੋੜੇ ਤੇ ਬੈਠੇ ਹੈ ਨਹੀਂ ਸਨ। ਜਦੋਂ ਘੋੜੇ ਤੇ ਸਾਧ ਸੰਗਤ ਛਾਲ ਮਾਰ ਕੇ ਬੈਠੇ, ਕਹਿੰਦੇ ਮੂੰਹ ਪਿਛਾਂ ਨੂੰ ਕਰ ਲਿਆ। ਸਤਿਗੁਰੂ ਬੜੇ ਮੁਸਕਾਏ, ਬੜੇ ਹੱਸੇ, ਕਹਿੰਦੇ ਕਿਰਪਾਲ ਦਾਸ ਜੀ ਇਸ ਤਰ੍ਹਾਂ ਕਿਵੇਂ ਲੜੋਗੇ, ਮੂੰਹ ਤਾਂ ਪਿਛਾਂ ਨੂੰ ਕਰ ਲਿਆ। ਕਹਿਣ ਲੱਗਾ ਮਹਾਰਾਜ ਪਿਛਾਂ ਤੇ ਤਾਂ ਹੋ ਗਿਆ, ਤੁਸੀਂ ਪਿੱਛੇ ਹੋ, ਤੁਹਾਡੇ ਤੋਂ ਬਿਨਾਂ ਮੈਂ ਕਿਵੇਂ ਮੂੰਹ ਹੋਰ ਕਿਸੇ ਪਾਸੇ ਕਰਾਂ। ਇਹ ਪਿਆਰ ਦੀ ਘਟਨਾ ਸੀ। ਫਿਰ ਸਤਿਗੁਰਾਂ ਨੇ ਉਹਨੂੰ ਢੰਗ ਦੱਸਿਆ, ਕਹਿੰਦੇ ਇਸ ਤਰ੍ਹਾਂ ਨਹੀਂ। ਕਹਿੰਦੇ ਕਿਰਪਾਲ ਦਾਸ ਉਸ ਹਿਆਤ ਖਾਂ ਦੇ ਸਾਹਮਣੇ ਗਏ, ਜਿਹੜਾ ਤਲਵਾਰ ਲੈ ਕੇ ਬੜਾ ਖੂੰਖਾਰ ਸੀ ਉਹ ਜਰਨੈਲ, ਤੇ ਮਹੰਤ ਕਿਰਪਾਲ ਦਾਸ ਨੇ ਬੜੀ ਦੂਰੋਂ ਦੌੜ ਕੇ ਘੋੜਾ ਭਜਾ ਕੇ ਇੱਕਦਮ ਸਾਧ ਸੰਗਤ ਉਸ ਹਿਆਤ ਖਾਨ ਦੇ ਸਿਰ ਦੇ ਵਿੱਚ ਉਹ ਲੱਕੜ ਦਾ ਜਿਹੜਾ ਕੁਤਕਾ ਸੀ ਮਾਰ ਦਿੱਤਾ ਬੜੀ ਜ਼ੋਰ ਦੀ। ਕਹਿੰਦੇ ਉਹਦਾ ਸਿਰ ਜਿਹੜਾ ਸੀ ਨਾ ਹਿਆਤ ਖਾਨ ਦਾ, ਇਸ ਤਰ੍ਹਾਂ ਪਾਟ ਗਿਆ ਜਿਵੇਂ ਖੱਖੜੀ ਤੇ ਡਾਂਗ ਮਾਰੀਏ ਤੇ ਖੱਖੜੀ ਦੇ ਕਈ ਟੁਕੜੇ ਹੋ ਜਾਂਦੇ ਨੇ, ਤਰਬੂਜ ਖਿਲਰ ਜਾਂਦਾ ਹੈ, ਡਿੱਗ ਪਿਆ। ਸਾਰੇ ਹੈਰਾਨ ਹੋ ਗਏ ਵੀ ਇੱਕ ਮਹੰਤ ਏਡੇ ਵੱਡੇ ਜਰਨੈਲ ਨੂੰ ਖਤਮ ਕਰ ਗਿਆ। ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰੀਆਂ ਤੇ ਹਰੀ ਚੰਦ ਨੇ ਵੀ ਆਪਣਾ ਯਤਨ ਲਾਇਆ। ਜਦੋਂ ਸਾਹਮਣੇ ਆਇਆ ਤੇ ਸਤਿਗੁਰਾਂ ਨੇ ਕਿਹਾ ਤੂੰ ਮਨ ਵਿੱਚ ਸ਼ੰਕਾ ਨਾ ਰੱਖੀ, ਪਹਿਲਾਂ ਵਾਰ ਕਰ। ਉਹਨੇ ਇੱਕ ਵਾਰ ਕੀਤਾ, ਤੀਰ ਚਲਾਇਆ, ਬੜਾ ਵੱਡਾ ਤੀਰ ਅੰਦਾਜ਼ ਸੀ। ਪਹਿਲਾ ਤੀਰ ਕਲਗੀਆਂ ਵਾਲੇ ਦੇ ਘੋੜੇ ਨੂੰ ਲੱਗ ਗਿਆ, ਘੋੜਾ ਡਿੱਗ ਪਿਆ, ਹਜੂਰ ਥੱਲੇ ਉਤਰ ਗਏ। ਇਹ ਐਸਾ ਜਰਨੈਲ ਸੀ ਜਿਹਨੂੰ ਦੂਜਾ ਤੀਰ ਕਦੀ ਚਲਾਉਣਾ ਹੀ ਨਹੀਂ ਸੀ ਪਿਆ ਜ਼ਿੰਦਗੀ ਵਿੱਚ। ਅੱਜ ਪਹਿਲੀ ਵਾਰੀ ਇਹਦਾ ਨਿਸ਼ਾਨਾ ਚੁੱਕ ਗਿਆ। ਇੱਕਦਮ ਇਹਨੇ ਗੁੱਸੇ ਵਿੱਚ ਆ ਕੇ ਦੂਜਾ ਚਲਾਇਆ। ਦੂਜਾ ਤੀਰ ਕਲਗੀਆਂ ਵਾਲੇ ਦੀ ਦਸਤਾਰ ਦੇ ਨਾਲੋਂ ਦੀ ਥੋੜ੍ਹਾ ਜਿਹਾ ਛੂੰਹਦਾ ਹੋਇਆ ਸ਼ੂਕ ਕੇ ਕੋਲੋਂ ਨਿਕਲ ਗਿਆ, ਉਹ ਵੀ ਵਾਰ ਖਾਲੀ ਗਿਆ। ਤੀਜਾ ਫਿਰ ਇਹਨੇ ਕ੍ਰੋਧ ਵਿੱਚ ਚਲਾਇਆ, ਜਿਹੜਾ ਹਜੂਰ ਦੇ ਸਿੱਧੇ ਧੁੰਨੀ ਦੇ ਉੱਤੇ ਆ ਕੇ ਲੱਗਾ। ਪਰ ਸਤਿਗੁਰਾਂ ਨੇ ਇੱਕ ਕਮਰਬੰਦ ਚਮੜੇ ਦੀ ਪੇਟੀ ਬੰਨੀ ਹੋਈ ਸੀ, ਉਹਨੇ ਰੋਕ ਲਿਆ। ਥੋੜ੍ਹਾ ਜਿਹਾ ਉਹਨੂੰ ਪਾੜ ਕੇ ਹਜੂਰ ਦੇ ਸਰੀਰ ਵਿੱਚ ਥੋੜ੍ਹਾ ਜਿਹਾ ਧੱਸ ਗਿਆ। ਸਤਿਗੁਰਾਂ ਨੇ ਖਿੱਚ ਕੇ ਕੱਢਿਆ ਤੇ ਥੋੜ੍ਹਾ ਜਿਹਾ ਖੂਨ ਸਿਮ ਗਿਆ। ਉੱਥੇ ਫਿਰ ਬਚਨ ਕੀਤਾ ਸਾਨੂੰ, ਕਹਿੰਦੇ ਜੋਸ਼ ਆ ਗਿਆ, ਰੋਹ ਆ ਗਿਆ। ਜਬੈ ਬਾਣ ਲਾਗਿਓ ਤਬੈ ਰੋਸ ਜਾਗਿਓ। ਉਸ ਰੋਸ ਵਿੱਚ ਆ ਕੇ ਹਜੂਰ ਨੇ ਆਪਣੇ ਭੱਥੇ ਨੂੰ ਹੱਥ ਪਾਇਆ, ਤੀਰ ਕੱਢਿਆ, ਤੰਦੀ ਤੇ ਚੜਾਇਆ ਤੇ ਇੱਕ ਬਚਨ ਕਿਹਾ ਸੀ, ਹਰੀ ਚੰਦ ਤੂੰ ਬੜਾ ਕੁਝ ਸਿੱਖਿਆ, ਬੜੇ ਤੀਰ ਚਲਾਏ ਨੇ, ਪਰ ਅੱਜ ਤੈਨੂੰ ਅਸੀਂ ਸਿਖਾਉਂਦੇ ਹਾਂ ਤੀਰ ਕਿਵੇਂ ਚਲਾਈਦਾ। ਇੱਕੋ ਤੀਰ ਛੱਡਿਆ, ਸਾਧ ਸੰਗਤ ਉਹਦੇ ਮੱਥੇ ਵਿੱਚ ਵੱਜਾ, ਦੋ ਫਾੜ ਹੋ ਗਿਆ। ਇਹ ਸਾਰੀਆਂ ਕਿਰਿਆਵਾਂ ਕਿਵੇਂ ਮੈਂ ਗੱਲ ਕਰ ਰਿਹਾ ਸੀ, ਉਹ ਕਹਿੰਦੇ ਮੈਂ ਸਭ ਤੋਂ ਪਹਿਲਾਂ ਧਿਆਨ ਕਰਨਾ, ਜੇ ਮੈਂ ਯੁੱਧ ਵੀ ਕਰਨਾ, ਜੇ ਮੈਂ ਕਵਿਤਾ ਵੀ ਰਚਨਾ। ਇਸ ਕਰਕੇ ਇਸ ਬਾਣੀ ਵਿੱਚ ਕਹਿੰਦੇ ਪ੍ਰਥਮ ਕਰੋ ਭਗਵਤ ਕੋ ਧਿਆਨਾ। ਹਜੂਰ ਕਲਗੀਆਂ ਵਾਲੇ ਕਹਿੰਦੇ ਸਭ ਤੋਂ ਪਹਿਲਾਂ ਮੈਂ ਆਪਣੇ ਅਕਾਲ ਪੁਰਖ ਦਾ ਧਿਆਨ ਧਰਦਾ ਹਾਂ। ਕਹਿੰਦੇ ਬਹੁਰ ਕਰੋ ਕਵਿਤਾ ਬਿਦ ਨਾਨਾ। ਬਹੁਰ ਦਾ ਅਰਥ ਹੈ ਪਰਤ ਕੇ, ਕਰੋਂ ਦਾ ਅਰਥ ਹੈ ਉਚਾਰਨ ਕਰਦਾ ਹਾਂ। ਕਵਿਤਾ ਕਵਿਤਾਵਾਂ, ਅਕਾਲ ਪੁਰਖ ਦੇ ਗੀਤ। ਬਿਦ ਨਾਨਾ, ਨਾਨਾ ਦੇ ਅਰਥ ਨੇ ਕਈ ਪ੍ਰਕਾਰ ਦੀਆਂ ਕਵਿਤਾਵਾਂ। ਅੱਗੇ ਇੱਕ ਹੋਰ ਬਚਨ ਕੀਤਾ, ਕਹਿੰਦੇ ਕ੍ਰਿਸ਼ਨ ਯਥਾ ਮਤ ਚਰਿੱਤਰ ਉਚਾਰੋ। ਕ੍ਰਿਸ਼ਨ ਅਵਤਾਰ ਦੀ ਇੱਥੇ ਗੱਲ ਕੀਤੀ ਹੈ। ਕਹਿੰਦੇ ਮੈਂ ਕ੍ਰਿਸ਼ਨਾ ਅਵਤਾਰ ਵੀ ਉਚਾਰਿਆ। ਹੁਣ ਇੱਥੇ ਬਹੁਤ ਵੱਡੇ ਭਰਮ ਭੁਲੇਖੇ ਕਈਆਂ ਨੂੰ ਪਏ ਵੀ ਗੁਰੂ ਗੋਬਿੰਦ ਸਿੰਘ ਨੂੰ ਕ੍ਰਿਸ਼ਨ ਦੀ ਗੱਲ ਕਰਨ ਦੀ ਲੋੜ ਕਿਉਂ ਪਈ, ਰਾਮਚੰਦਰ ਦੀ ਗੱਲ ਕਿਉਂ, ਦਸਮ ਗ੍ਰੰਥ ਦੇ ਅੰਦਰ ਪਰਸ਼ੁਰਾਮ ਦੀ ਗੱਲ ਕਿਉਂ। ਤੁਸੀਂ ਕਦੀ ਸੋਚੋ, ਜਿਹੜਾ ਬੰਦਾ ਜਿਹੜੇ ਖਿੱਤੇ ਵਿੱਚ, ਜਿਹੜੇ ਸਮਾਜ ਵਿੱਚ ਕੰਮ ਕਰਦਾ ਹੈ ਨਾ, ਉਹਦੇ ਨਾਲ ਉਸ ਇਲਾਕੇ ਦੀ ਭਾਸ਼ਾ ਵਿੱਚ ਹੀ ਗੱਲ ਕਰਨੀ ਪਏਗੀ। ਹੁਣ ਤੁਸੀਂ ਬਿਹਾਰ ਵਿੱਚ ਚਲੇ ਜਾਓ,
ਤੇ ਬਿਹਾਰ ਦੇ ਲੋਕਾਂ ਨੂੰ ਤੁਸੀਂ ਕੁਝ ਸਮਝਾਉਣਾ ਹੈ ਤੇ ਉਹ ਮੰਨਦੇ ਨੇ ਬੁੱਧ ਨੂੰ, ਤੁਸੀਂ ਉੱਥੇ ਮੁਹੰਮਦ ਸਾਹਿਬ ਦੀ ਗੱਲ ਕਰੀ ਜਾਓ, ਕਿਵੇਂ ਸਮਝਣਗੇ? ਉੱਥੇ ਵਿੱਚ ਬੁੱਧ ਨੂੰ ਲਿਆਉਣਾ ਪਏਗਾ ਨਾ, ਕਿਉਂਕਿ ਦਿਨ ਰਾਤ ਮਹਾਤਮਾ ਬੁੱਧ ਉਹਨਾਂ ਦੇ ਦਿਮਾਗ ਵਿੱਚ ਵਸਿਆ ਹੋਇਆ, ਉਹਦੇ ਬਾਰੇ ਉਹ ਜਾਣਦੇ ਨੇ ਸਭ ਕੁਝ, ਉਹਨਾਂ ਦੀ ਸਾਰੀ ਸਥਿਤੀ, ਸਾਰਾ ਸਮਾਜ ਉਹਦੇ ਨਾਲ ਭਰਿਆ ਹੋਇਆ ਹੈ, ਤੇ ਉੱਥੇ ਉਹ ਗੱਲ ਕਰਨੀ ਪਏਗੀ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜਿਸ ਦੇਸ਼ ਵਿੱਚ ਰਹਿੰਦੇ ਸਨ ਨਾ, ਹਿੰਦੁਸਤਾਨ ਵਿੱਚ, ਜਿੱਥੋਂ ਉਹਨਾਂ ਨੇ ਇਨਕਲਾਬ ਦੀ ਗੱਲ ਸ਼ੁਰੂ ਕੀਤੀ, ਉਸ ਦੇਸ਼ ਵਿੱਚ ਕ੍ਰਿਸ਼ਨ ਅਵਤਾਰ ਦੀ ਗੱਲ ਚੱਲਦੀ ਸੀ, ਤੇ ਕ੍ਰਿਸ਼ਨ ਦੇ ਪੁਜਾਰੀਆਂ ਨੂੰ ਜੇ ਗੱਲ ਸਮਝਾਉਣੀ ਹੈ, ਕੋਈ ਗੱਲ ਕਰਨੀ ਹੈ, ਤੇ ਕ੍ਰਿਸ਼ਨ ਦੀ ਭਾਸ਼ਾ ਵਿੱਚ ਵਰਤਣੀ ਪਏਗੀ, ਕੋਈ ਨਾ ਕੋਈ ਉਦਾਹਰਨ ਦੇਣੇ ਪੈਣਗੇ। ਤੇ ਇਹ ਉਦਾਹਰਨਾਂ ਦੇਣ ਦੇ ਨਾਲ ਗੁਰੂ ਗੋਬਿੰਦ ਸਿੰਘ ਕ੍ਰਿਸ਼ਨ ਅਵਤਾਰ ਦੀ ਕੋਈ ਸਹਾਇਤਾ ਨਹੀਂ ਕਰ ਰਹੇ, ਉਹਦੀ ਕੋਈ ਬਹੁਤੀ ਵਡਿਆਈ ਨਹੀਂ ਕਰ ਰਹੇ, ਸਿਰਫ ਉਦਾਹਰਨਾਂ ਲੈ ਰਹੇ ਨੇ ਉਹਨਾਂ ਨੂੰ ਮੰਨਣ ਵਾਲੇ ਲੋਕਾਂ ਨੂੰ ਸਮਝਾਉਣ ਵਾਸਤੇ। ਤੇ ਇੱਥੋਂ ਤੱਕ ਵੀ ਕਹਿ ਦਿੱਤਾ ਵੀ ਕ੍ਰਿਸ਼ਨ ਜਥਾ ਮਤ, ਜਥਾ ਮਤ ਦਾ ਅਰਥ ਹੈ, ਜਥਾ ਦਾ ਅਰਥ ਹੈ ਜਿੰਨੀ ਕੁ, ਮਤ ਦਾ ਅਰਥ ਹੈ ਮਤ, ਜਿੰਨੀ ਕੁ ਮੇਰੇ ਵਿੱਚ ਮਤ ਹੈ ਉਸ ਅਨੁਸਾਰ ਮੈਂ ਕ੍ਰਿਸ਼ਨਾ ਚਰਿੱਤਰ ਉਚਾਰਿਆ। ਚਰਿੱਤਰ ਦਾ ਅਰਥ ਹੈ ਜਿਹੜੇ ਚਰਿੱਤਰ ਚੱਲਦੇ ਨੇ। ਹੁਣ ਇੱਥੇ ਕਈ ਸ਼ੰਕੇ ਪੈਦਾ ਹੁੰਦੇ ਨੇ, ਆਸਾ ਦੀ ਵਾਰ ਵਿੱਚ ਵੀ ਆਇਆ ਕਿ ਜੁਜ ਮਹਿ, ਚਾਰ ਯੁੱਗਾਂ ਦਾ ਜਿੱਥੇ ਵਰਣਨ ਆਉਂਦਾ ਹੈ, ਜੁਜ ਦਾ ਅਰਥ ਹੈ ਯਜੁਰਵੇਦ, ਚਾਰ ਜਿਹੜੇ ਵੇਦ ਨੇ ਉਹਨਾਂ ਵਿੱਚੋਂ ਜੁਜ ਮੈਂ, ਜੁਜ ਮੈਂ ਦਾ ਅਰਥ ਹੈ ਯਜੁਰਵੇਦ ਦੇ ਵਿੱਚ ਲਿਖਿਆ ਹੋਇਆ ਹੈ। ਹੁਣ ਇਹ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ ਨਾ, ਇਹਦੇ ਵਿੱਚੋਂ ਵੀ ਤੇ ਉਹ ਉਦਾਹਰਨਾਂ ਦਿੱਤੀਆਂ ਗਈਆਂ ਨੇ। ਗੁਰੂ ਸਾਹਿਬ ਕਹਿੰਦੇ ਯਜੁਰਵੇਦ ਦੇ ਵਿੱਚ ਲਿਖਿਆ ਹੋਇਆ ਹੈ। ਜੁਜ ਮੈਂ ਦਾ ਅਰਥ ਹੈ, ਜੁਜ ਮੈਂ ਜੋਰ ਛਲੀ ਚੰਦਰਾਵਲ, ਚੰਦਰਾਵਲ ਇੱਕ ਇਸਤਰੀ ਦਾ ਨਾਮ ਸੀ, ਇੱਕ ਗੋਪੀ ਦਾ ਨਾਮ ਸੀ। ਕ੍ਰਿਸ਼ਨ ਨੇ ਉਹਨੂੰ ਛਲ ਲਿਆ, ਉਹਨੂੰ ਧੋਖਾ ਦਿੱਤਾ। ਹੁਣ ਇਹ ਜਿਹੜੀ ਗੱਲ ਹੈ ਕਿ ਗੁਰੂ ਸਾਹਿਬ ਇਹਦੀ ਗਰੰਟੀ ਲੈ ਕੇ ਲਿਖ ਰਹੇ ਨੇ ਵੀ ਇਹ ਅਸੀਂ ਇਹਦੇ ਨਾਲ ਸਹਿਮਤ ਹਾਂ ਵੀ ਇਸ ਤਰ੍ਹਾਂ ਕਰਨਾ ਚਾਹੀਦਾ ਸੀ, ਨਹੀਂ, ਖਿਆਲ ਰੱਖਣਾ। ਇੱਥੇ ਹੀ ਸਾਨੂੰ ਸਮਝ ਨਹੀਂ ਆਈ। ਗੁਰੂ ਸਾਹਿਬ ਸਿਰਫ ਉਹ ਗੱਲ ਪ੍ਰਚਲਿਤ ਹੋ ਚੁੱਕੀ ਸੀ ਵੀ ਕ੍ਰਿਸ਼ਨ ਨੇ ਚੰਦਰਾਵਲ ਨਾਮਕ ਗੋਪੀ ਨੂੰ ਛਲਿਆ, ਧੋਖਾ ਦਿੱਤਾ, ਜੋ ਵਿਆਹੀ ਵੀ ਹੋਈ ਸੀ ਪਹਿਲਾਂ, ਉੱਥੇ ਚਲਾ ਗਿਆ। ਇਹ ਕਹਾਣੀ ਪ੍ਰਚਲਿਤ ਸੀ। ਉਹਦੀ ਵਿਆਖਿਆ ਦੇ ਰਹੇ ਨੇ ਵੀ ਯਜੁਰਵੇਦ ਨੂੰ ਮੰਨਣ ਵਾਲਿਓ, ਉਹਦੇ ਵਿੱਚ ਕੋਈ ਰੱਬ ਦੀ ਵੀ ਗੱਲ ਹੈ ਕਿ ਆਹ ਹੀ ਜਿਹੜੀਆਂ ਗੱਲਾਂ ਨੇ ਲਿਖੀਆਂ ਹੋਈਆਂ ਨੇ ਸਾਰੀਆਂ, ਕੋਈ ਪ੍ਰਮਾਤਮਾ ਦੀ ਗੱਲ ਹੈ ਉਹਦੇ ਵਿੱਚ? ਗੱਲ ਤਾਂ ਇਹ ਸੀ। ਅਸੀਂ ਇਸ ਚੱਕਰ ਵਿੱਚ ਪੈ ਗਏ ਵੀ ਗੁਰੂ ਨਾਨਕ ਦੇਵ ਜੀ ਵੇਖੋ ਇਹਨਾਂ ਕਹਾਣੀਆਂ ਨੂੰ ਮੰਨਦੇ ਜੇ, ਉਹ ਮੰਨਣ ਦਾ ਇਹਦੇ ਨਾਲ ਕੋਈ ਸੰਬੰਧ ਨਹੀਂ। ਉਹ ਤੇ ਪ੍ਰਚਲਿਤ ਚੀਜ਼ਾਂ ਨੇ ਜਿਨ੍ਹਾਂ ਦੀ ਵਿਆਖਿਆ ਵਿੱਚ ਕਰ ਰਹੇ ਨੇ, ਮੰਨਣ ਦੀ ਗੱਲ ਨਹੀਂ ਹੈ। ਇਸੇ ਤਰ੍ਹਾਂ ਦਸਮ ਗ੍ਰੰਥ ਵਿੱਚ ਜਿੰਨੀਆਂ ਗਾਥਾਵਾਂ ਨੇ ਜਿਹੜੀਆਂ ਇਹ ਕਾਮ ਨਾਲ ਸੰਬੰਧਿਤ ਨੇ, ਵਾਸ਼ਨਾ ਨਾਲ ਸੰਬੰਧਿਤ ਨੇ, ਉਹਦੇ ਨਾਲ ਗੁਰੂ ਗੋਬਿੰਦ ਸਿੰਘ ਸਹਿਮਤ ਨਹੀਂ। ਸਿਰਫ ਉਹ ਸਮਾਜ ਵਿੱਚ ਪ੍ਰਚਲਿਤ ਸਨ ਤੇ ਉਹਨਾਂ ਦਾ ਜ਼ਿਕਰ ਕਰਨਾ ਪੈਣਾ ਸੀ ਤਾਂ ਲੋਕਾਂ ਨੂੰ ਸਮਝ ਆਉਣੀ ਸੀ। ਜਿਵੇਂ ਇਹਦੇ ਵਿੱਚ ਕਹਿੰਦੇ ਵੀ ਜੁਜ ਮੈਂ ਜੋਰ ਛਲੀ ਚੰਦਰਾਵਲ, ਕਾਨ ਕ੍ਰਿਸ਼ਨ ਜਾਦਮ ਭਇਆ। ਫਿਰ ਵੀ ਕਹਿੰਦੇ ਨੇ ਕ੍ਰਿਸ਼ਨ ਕਾਨ ਬਣ ਗਿਆ, ਲੋਕਾਂ ਦੀ ਨਜ਼ਰ ਵਿੱਚ ਅਵਤਾਰ ਜਾਦਵ ਸੀ ਉਹ। ਕਾਨ ਕ੍ਰਿਸ਼ਨ ਜਾਦਮ ਭਇਆ, ਪਾਰ ਜਾਤ ਗੋਪੀ ਲੈ ਆਇਆ। ਬਿੰਦਰਾਬਨ ਮੈਂ ਰੰਗ ਕੀਆ, ਬਿੰਦਰਾਬਨ ਵਿੱਚ ਨੱਚਦੇ ਜਾਂਦੇ ਰਹੇ, ਗੋਪੀਆਂ ਆਉਂਦੀਆਂ ਰਹੀਆਂ, ਲੀਲਾ ਚੱਲਦੀ ਰਹੀ। ਬਿੰਦਰਾਬਨ ਮੈਂ ਰੰਗ ਕੀਆ, ਕਲ ਮੈਂ ਵੇਦ ਅਥਰਵਣ ਹੁਆ। ਇਹ ਚੌਥਾ ਵੇਦ ਅਥਰਵਣ ਕਲਯੁਗ ਵਿੱਚ। ਹੁਣ ਇਹ ਜਿਹੜੀਆਂ ਉੱਪਰ ਵਾਲੀਆਂ ਦੋ ਪੰਕਤੀਆਂ ਨੇ, ਇਹਦੇ ਵਿੱਚ ਕ੍ਰਿਸ਼ਨ ਦਾ ਜ਼ਿਕਰ ਕੀਤਾ ਹੈ। ਉਹਦੇ ਵਿੱਚ ਗੁਰੂ ਸਾਹਿਬ ਇਸ ਸਾਰੀ ਜਿਹੜੀਆਂ ਕਿਰਿਆਵਾਂ ਨੇ ਇਹਨਾਂ ਦੀ ਇਹ ਜ਼ਿੰਮੇਵਾਰੀ ਨਹੀਂ ਲੈ ਰਹੇ ਵੀ ਮੈਂ ਉਸ ਬਿੰਦਰਾਬਨ ਮੈਂ ਰੰਗ ਕੀਆ ਨਾਲ ਸਹਿਮਤ ਹਾਂ। ਇਹਦੇ ਨਾਲ ਕੋਈ ਉਹ ਸਹਿਮਤ ਨਹੀਂ ਹਨ। ਸਿਰਫ ਉਹਨਾਂ ਨੇ ਜ਼ਿਕਰ ਕੀਤਾ ਹੈ ਤੇ ਇਸ਼ਾਰਾ ਕਰ ਦਿੱਤਾ, ਇੱਕ ਤਰੀਕਾ ਹੈ। ਸਾਨੂੰ ਤੇ ਤਰੀਕਾ ਨਹੀਂ ਆਇਆ। ਜੇ ਕਿਸੇ ਨੂੰ ਚੋਟ ਵੀ ਮਾਰੀ ਹੈ ਨਾ, ਗੁਰੂ ਸਾਹਿਬ ਨੇ ਐਸੇ ਢੰਗ ਨਾਲ ਮਾਰੀ ਹੈ ਵੀ ਰੋਏ ਨਾ, ਚੋਟ ਵੀ ਲੱਗ ਜਾਏ ਉਹਨੂੰ। ਗੱਲ ਕਹਿ ਦਿੱਤੀ
ਬਈ ਭਾਈ ਯਜੁਰਵੇਦ ਦੇ ਵਿੱਚ ਕੋਈ ਪਰਮਾਤਮਾ ਦਾ ਪਿਆਰ ਵਿੱਚੋਂ ਵੇਖੋ ਕੋਈ ਜਿਹੜਾ ਤੁਹਾਡੇ ਕੰਮ ਆ ਜਾਏ। ਜੇ ਕਿਤੇ ਲਿਖਿਆ ਵੀ ਹੋਵੇਗਾ ਤੁਸੀਂ ਬਾਹਰ ਹੀ ਨਹੀਂ ਆਉਣ ਦਿੱਤਾ। ਤੁਸੀਂ ਇਹ ਹੀ ਕਹਾਣੀਆਂ ਲਿਖੀਆਂ ਬਈ ਇਹ ਸ਼ਿਵ ਜੀ ਦੀ ਗੱਲ ਹੈ, ਕ੍ਰਿਸ਼ਨ ਦੀ ਗੱਲ ਹੈ। ਜਿਹੜੀਆਂ ਚੀਜ਼ਾਂ ਸਾਡੀਆਂ ਆਪਣੇ ਮਨ ਵਿੱਚ ਵਸੀਆਂ ਸਨ, ਅਸੀਂ ਅਵਤਾਰਾਂ ਦੀਆਂ ਗੱਲਾਂ ਵੀ ਉਹੀ ਬਾਹਰ ਪ੍ਰਗਟ ਕੀਤੀਆਂ ਨੇ। ਅੱਗੋਂ ਅਸੀਂ ਵੀ ਉਹੀ ਕਰ ਰਹੇ ਹਾਂ। ਗੁਰੂ ਗ੍ਰੰਥ ਸਾਹਿਬ ਵਿੱਚ ਕਿੰਨੇ ਅੰਗ ਨੇ? 1430 ਨੇ ਨਾ। ਅਸੀਂ ਕਿਹੜੇ ਸ਼ਬਦ ਚੁਣੇ ਨੇ ਜਿਹੜੇ ਸਾਡੇ ਨਾਲ ਸਹਿਮਤ ਨੇ, ਜਿਹੜੀ ਸਾਡੀ ਵਾਸ਼ਨਾ ਨੂੰ ਜਗਾਉਂਦੇ ਨੇ? ਜਿੱਥੇ ਗੁਰੂ ਸਾਹਿਬ ਸਾਡੇ ਅਵਗੁਣਾਂ ਦੀ ਗੱਲ ਕਰਦੇ ਵੀ ਤੂੰ ਪੁੱਠੇ ਪਾਸੇ ਕਿਉਂ ਜਾ ਰਿਹਾ, ਤੈਨੂੰ ਰਾਹ ਕਿਉਂ ਨਹੀਂ, ਸਿੱਧੇ ਰਾਹ ਤੇ ਕਿਉਂ ਨਹੀਂ ਜਾਂਦਾ, ਉੱਥੇ ਕਹਿੰਦੇ ਆ ਜੀ ਇਹ ਤੇ ਵਿਵਾਦ ਹੈ, ਛੱਡੋ। ਜਿਵੇਂ ਦੁਨੀਆ ਰੱਬ ਨੇ ਬਣਾਈ ਹੈ ਠੀਕ ਹੈ, ਅਸੀਂ ਕੀ ਲੈਣਾ ਇਹਦੇ ਵਿੱਚ, ਉੱਥੇ ਅਸੀਂ ਛੱਡ ਦਿੰਦੇ ਹਾਂ। ਇਸ ਕਰਕੇ ਅਸੀਂ ਵੀ ਉਹੀ ਕੰਮ ਕਰ ਰਹੇ ਹਾਂ ਵੀ 1430 ਅੰਗਾਂ ਦੇ ਵਿੱਚੋਂ 40-50 ਅੰਗ ਅਸੀਂ ਆਪਣੇ ਆਪਣੇ ਕੱਢ ਲਏ, ਉਹੀ ਪੜ੍ਹਦੇ ਹਾਂ, ਉਹਨਾਂ ਦੀ ਵਿਆਖਿਆ ਕਰੀ ਦੀ ਏ, ਉਹੀ ਅਸੀਂ ਸੁਣਦੇ ਹਾਂ। ਅਤੇ ਜੇ ਦੂਜੇ ਵਿੱਚੋਂ ਕੱਢ ਦਿੱਤੇ ਫਿਰ ਕਹਿੰਦੇ ਤੇ ਜੀ ਚੋਟਾਂ ਮਾਰਦੇ ਨੇ ਸਾਨੂੰ। ਕੰਮ ਸਾਡਾ ਵੀ ਉਹੀ ਹੈ। ਇਸ ਲਈ ਗੁਰੂ ਗੋਬਿੰਦ ਸਿੰਘ ਕਹਿ ਰਹੇ ਕ੍ਰਿਸ਼ਨ ਜਥਾ ਮਤ ਚਰਿੱਤਰ ਉਚਾਰੋ। ਮੈਂ ਕ੍ਰਿਸ਼ਨ ਦੇ ਜਿਹੜੇ ਅਵਤਾਰ ਦੇ ਚਰਿੱਤਰ ਉਚਾਰੇ ਨੇ ਸਿਰਫ ਲੋਕਾਂ ਨੂੰ ਸਮਝਾਉਣ ਵਾਸਤੇ ਨੇ। ਚੂਕ ਹੋਏ ਕਬ ਲਿਹੋ ਸੁਧਾਰੋ। ਅਕਾਲ ਪੁਰਖ ਅੱਗੇ ਬੇਨਤੀ ਕਰਦੇ ਨੇ ਕਿ ਜੇ ਇਹ ਲਿਖਣ ਵਿੱਚ ਮੇਰੇ ਤੋਂ ਕੋਈ ਚੂਕਦਾਰ ਤੇ ਗਲਤੀ ਹੋ ਗਈ ਤੇ ਤੁਸੀਂ ਸੁਧਾਰ ਕਰ ਲੈਣਾ, ਮੇਰੇ ਤੇ ਕਿਰਪਾ ਕਰਨੀ। ਇਹਦੇ ਵੈਸੇ ਪੋਥੀਆਂ ਵਿੱਚ ਅਰਥ ਇਹ ਲਿਖੇ ਨੇ ਵੀ ਚੂਕ ਹੋਏ, ਜੇ ਗਲਤੀ ਹੋ ਗਈ, ਕਬ ਲਿਹੋ ਸੁਧਾਰੋ, ਬਈ ਹੇ ਕਵੀ ਜਣੋ ਤੁਸੀਂ ਸੁਧਾਰ ਲਿਆ ਜੇ। ਜਿਹੜੇ ਕਵੀ ਅੱਗੇ ਬੈਠੇ ਹੋਏ ਸਨ 52, ਇਹ ਮੈਂ ਪੜ੍ਹੇ ਨੇ ਅਰਥ, ਪਰ ਇਹ ਅਰਥ ਮੇਰੀ ਸਮਝ ਵਿੱਚ ਨਹੀਂ ਆਏ। ਇਹਦਾ ਮਤਲਬ ਤੇ ਹੋਇਆ ਬਈ ਗੁਰੂ ਗੋਬਿੰਦ ਸਿੰਘ ਨੇ ਜਿਹੜੀ ਬਾਣੀ ਲਿਖੀ ਉਹਨੂੰ ਸੁਧਾਰਨ ਦਾ ਅਜੇ ਸਾਡੇ ਕੋਲ ਵੀ ਅਧਿਕਾਰ ਹੈ। ਜੇ ਇਸ ਅਰਥ ਨੂੰ ਸੱਚ ਮੰਨ ਲਿਆ ਜਾਏ ਵੀ ਗੁਰੂ ਗੋਬਿੰਦ ਸਿੰਘ ਕਵੀਆਂ ਨੂੰ ਕਹਿ ਰਹੇ ਨੇ ਵੀ ਤੁਸੀਂ ਸੁਧਾਰ ਕਰ ਲਿਆ ਜੇ ਜਿੱਥੇ ਮੈਂ ਗਲਤੀ ਕੀਤੀ ਹੈ, ਤੇ ਫਿਰ ਤੇ ਸੁਧਾਰ ਹੀ ਕਰਦੇ ਰਵਾਂਗੇ। ਗੁਰੂ ਗੋਬਿੰਦ ਸਿੰਘ ਤੇ ਅੱਖਰ ਤੇ ਨਹੀਂ ਰਹਿਣ ਦਿੰਦੇ ਵਿੱਚ ਅਸੀਂ, ਨਹੀਂ। ਇਹ ਬਚਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਵੀ ਆਵੇਗਾ। ਜਿੱਥੇ ਬਾਣੀ ਜਾ ਕੇ ਸਮਾਪਤ ਹੋਵੇਗੀ ਉੱਥੇ ਗੁਰੂ ਸਾਹਿਬ ਨੇ 2 ਅੱਖਰ ਲਿਖੇ ਨੇ, ਸੁਧ ਕੀਚੈ। ਸੁਧ ਕੀਚੈ ਉਹਦੇ ਅਰਥ ਇਹ ਨਹੀਂ ਵੀ ਇਹ ਬਾਣੀ ਮੈਂ ਲਿਖ ਦਿੱਤੀ ਏ ਤੇ ਹੁਣ ਤੁਸੀਂ 5-7 ਜਣੇ ਬਹਿ ਕੇ ਇਹਨੂੰ ਸੋਧ ਲਿਆ ਜੇ, ਜਿਹੜੀ ਗਲਤ ਹੋਈ ਕੱਢ ਲਿਆ ਜੇ, ਜਿਹੜੀ ਠੀਕ ਹੋਈ ਰੱਖ ਲਿਆ ਜੇ। ਨਹੀਂ, ਉਹਦੇ ਅਰਥ ਨੇ ਵੀ ਆਹ ਜਿਹੜੀ ਬਾਣੀ ਲਿਖੀ ਇਹਨੂੰ ਸ਼ੁੱਧ ਪੜ੍ਹਨਾ ਹੈ, ਜਿਵੇਂ ਲਿਖੀ ਉਸ ਤਰ੍ਹਾਂ ਹੀ ਪੜ੍ਹਨਾ ਹੈ, ਤੇ ਜੋ ਇਹਦੇ ਅਰਥ ਨੇ ਉਹ ਹੀ ਕਰਨੇ ਨੇ, ਉਹਦੇ ਅਰਥ ਇਹ ਬਣਦੇ ਨੇ। ਇਸ ਕਰਕੇ ਇੱਥੇ ਚੂਕ ਹੋਏ ਗੁਰੂ ਗੋਬਿੰਦ ਸਿੰਘ ਅਕਾਲ ਪੁਰਖ ਨੂੰ ਬੇਨਤੀ ਕਰ ਰਹੇ ਨੇ ਔਰ ਆਪਣੀ ਨਿਮਰਤਾ ਜ਼ਾਹਰ ਕਰ ਰਹੇ ਨੇ। ਭਾਵੇਂ ਕਿ ਸਰਵੱਗਿਆ ਨੇ, ਵਿਦਵਾਨ ਨੇ, ਸਭ ਕੁਝ ਜਾਣਦੇ ਨੇ। ਇੱਥੇ ਇੱਕ ਹੋਰ ਮੈਂ ਬੇਨਤੀ ਕਰਾਂ, ਸਤਿਗੁਰੂ ਨੇ ਇੱਕ ਬਚਨ ਕਿਹਾ ਹੈ ਕਿ ਕਾਨ ਸੁਣੇ ਪਹਿਚਾਨ ਨਾ ਤਿਨ ਸੋ। ਉਹਨਾਂ ਦੀਆਂ ਗੱਲਾਂ ਮੈਂ ਕੰਨਾਂ ਨਾਲ ਸੁਣੀਆਂ ਨੇ ਲੋਕਾਂ ਤੋਂ, ਅਵਤਾਰਾਂ ਦੀਆਂ। ਮੇਰੀ ਉਹਨਾਂ ਨਾਲ ਡੂੰਘੀ ਪਹਿਚਾਨ ਨਹੀਂ, ਮਿੱਤਰਤਾ ਨਹੀਂ ਹੈ। ਕੰਨਾਂ ਨਾਲ ਸੁਣਿਆ ਮੈਂ ਸਭ ਕੁਝ, ਤੇ ਉਹਨਾਂ ਦੀਆਂ ਉਦਾਹਰਨਾਂ ਮੈਂ ਦੇਣ ਲੱਗਾ, ਤੇ ਜਿਹੜੀ ਗੱਲ ਕੰਨਾਂ ਨਾਲ ਸੁਣੀ ਹੁੰਦੀ ਹੈ ਅੱਗੇ ਪਿੱਛੇ ਹੋ ਜਾਂਦੀ ਹੈ। ਇਸ ਲਈ ਜਿਹੜਾ ਇਤਿਹਾਸ ਹੁੰਦਾ ਹੈ ਉਹਦੇ ਵਿੱਚ ਕਈ ਵਾਰੀ ਅਨਮਤਾਂ ਦਾ ਜਿਹੜਾ ਇਤਿਹਾਸ ਸੁਣਾਇਆ ਜਾਂਦਾ ਨਾ, ਉਹਦੇ ਵਿੱਚ ਕੋਈ ਨਾ ਕੋਈ ਨਾਂ ਗਲਤ ਬੋਲਿਆ ਜਾਂਦਾ ਹੈ, ਕੋਈ ਨਾ ਕੋਈ ਘਟਨਾ ਵੀ ਅੱਗੇ ਪਿੱਛੇ ਲੱਗ ਜਾਂਦੀ। ਉਹਦਾ ਮਤਲਬ ਸਿਰਫ ਹੁੰਦਾ ਵੀ ਵਿੱਚੋਂ ਗੱਲ ਅਸੀਂ ਇਹਦਾ ਤਾਤਪਰਜ ਕੀ ਲੈਣਾ ਹੈ। ਉਹ ਤੇ ਇਹ ਨਹੀਂ ਜ਼ਰੂਰੀ ਵੀ ਫਲਾਣੀ ਚੀਜ਼ ਤੁਸੀਂ ਇਹ ਕਹਿ ਦਿੱਤੀ ਜੀ। ਆਪਾਂ ਕੋਈ ਵਿਗਿਆਨਕ ਥੋੜ੍ਹੀ ਹਾਂ ਵੀ ਤੁਸੀਂ ਪ੍ਰਯੋਗਸ਼ਾਲਾ ਵਿੱਚ ਜੇ ਥੋੜ੍ਹੀ ਜਿਹੀ ਇੱਕ ਕੈਮੀਕਲ ਘੱਟ ਪੈ ਗਿਆ ਤਾਂ ਰਿਜ਼ਲਟ ਗਲਤ ਹੋ ਜਾਣਗੇ। ਅਸੀਂ ਵਿੱਚੋਂ ਤੱਤ ਲੈਣਾ ਹੈ, ਕਿਸੇ ਵੀ ਕਹਾਣੀ ਵਿੱਚੋਂ, ਕਿਸੇ ਵੀ ਇਤਿਹਾਸ ਵਿੱਚੋਂ ਅਸੀਂ ਤੱਤ ਲੈਣਾ। ਪਰ ਕੀ ਕਰੀਏ, ਬੱਝੇ ਹੋਏ ਹਾਂ, ਘੇਰਿਆਂ ਦੇ ਵਿੱਚ, ਸੰਗਲਾਂ ਵਿੱਚ, ਸ਼ਬਦਾਂ ਵਿੱਚ ਫੜੇ ਜਕੜੇ ਹੋਏ। ਮੈਂ ਇੱਕ ਵਾਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਇੱਕ ਬਚਨ ਦੀ ਵਿਆਖਿਆ ਕੀਤੀ ਵੀ ਸਵਾਨ ਪੂੰਛ ਜਿਉ ਭਇਓ ਨਾ ਸੁਧੋ, ਬਹੁਤ ਯਤਨ ਮੈਂ ਕੀਨੋ। ਸਵਾਨ ਦੇ ਅਰਥ ਸਨ ਕੁੱਤਾ, ਪੂੰਛ ਦਾ ਅਰਥ ਕੁੱਤੇ ਦੀ ਪੂੰਛ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਵੀ ਜਿਵੇਂ ਕੁੱਤੇ ਦੀ ਪੂੰਛ ਨੂੰ 12 ਸਾਲ ਕਿਸੇ ਨੇ ਰੂੜੀ ਵਿੱਚ ਦੱਬ ਦਿੱਤਾ ਵੀ ਇਹ ਸਿੱਧੀ ਹੋ ਜਾਏਗੀ, 12 ਸਾਲ ਰਹੀ ਸਿੱਧੀ,
ਤੇ 12 ਸਾਲ ਬਾਅਦ ਉਹਨੇ ਕਿਹਾ ਵੀ ਅੱਜ ਪੁੱਟ ਕੇ ਕੱਢ ਕੇ ਵੇਖੀਏ ਵੀ ਹੁਣ ਸਿੱਧੀ ਹੋ ਜਾਏਗੀ ਡਾਂਗ ਵਾਂਗੂ। ਉਹਨੇ ਕੱਢੀ, ਪਰ ਕੁੱਤੇ ਦੀ ਪੂੰਛ ਕਿੱਥੇ ਸਿੱਧੀ ਹੋਵੇ, ਫਿਰ ਵਲ ਖਾ ਗਈ। ਕਹਿੰਦੇ ਮਨ ਸਾਡਾ ਇਸ ਤਰ੍ਹਾਂ ਦਾ ਹੈ, ਇਹਦੇ ਵਲ ਨਹੀਂ ਨਿਕਲਦੇ। ਇਹ ਸੀ ਗੱਲ। ਮੈਂ ਜਦੋਂ ਇਹਦੇ ਉਦਾਹਰਨ ਦਿੱਤੇ ਤੇ ਇਹਦਾ ਇੱਕ ਅਰਥ ਆਉਂਦਾ ਵੀ ਬਾਂਸਲੀ ਵਿੱਚ ਕਿਸੇ ਪਾ ਕੇ ਰੱਖੀ ਸੀ, ਜਿਹੜਾ ਪੁਰਾਤਨ ਹੈ। ਮੈਂ ਉੱਥੇ ਇਹਦੇ ਅਰਥ ਕੀਤੇ ਕਿਉਂਕਿ ਅੱਜ ਦਾ ਜਿਹੜਾ ਯੁੱਗ ਹੈ, ਅੱਜ ਦਾ ਜਿਹੜਾ ਨੌਜਵਾਨ ਹੈ, ਉਹ ਬਾਂਸਲੀ ਨੂੰ ਕੀ ਸਮਝੇ, ਬਾਂਸਲੀ ਕੀ ਹੁੰਦੀ ਹੈ। ਵੀ ਉਹ ਲੱਕੜ ਦੇ ਨਾਲ, ਲੱਕੜ ਦੇ ਵਿੱਚ ਪਾ ਦਿੱਤੀ ਉਸ ਬਾਂਸਲੀ ਵਿੱਚ, ਜਿਹਦੇ ਵਿੱਚ ਪੈਸੇ ਰੱਖਦੇ ਸਨ ਲੋਕ। ਲੱਕੜ ਦਾ ਖੋਲ ਹੁੰਦਾ ਸੀ ਉਹਦੇ ਵਿੱਚ। ਮੈਂ ਸੋਚਿਆ ਵੀ ਆਪਾਂ ਬਾਂਸਲੀ ਦੇ ਥਾਂ ਤੇ ਪਾਈਪ ਵੀ ਤੇ ਕਹਿ ਸਕਦੇ ਹਾਂ ਨਾ, ਉਹ ਬਾਂਸਲੀ ਵੀ ਤੇ ਪਾਈਪ ਹੀ ਹੈ ਨਾ ਇੱਕ। ਮੈਂ ਕਿਹਾ ਵੀ ਗੁਰੂ ਸਾਹਿਬ ਕਹਿੰਦੇ ਵੀ ਕੁੱਤੇ ਦੀ ਪੂੰਛ ਨੂੰ ਪਾਈਪ ਵਿੱਚ ਪਾ ਕੇ ਰੱਖੋ ਕਈ ਸਾਲ, ਬਾਹਰ ਕੱਢੋ ਫਿਰ ਉਹ ਵਲ ਖਾ ਜਾਏਗੀ। ਇੱਕ ਸੱਜਣ ਪੜ੍ਹਿਆ ਲਿਖਿਆ ਸੀ, ਮੈਨੂੰ ਫੋਨ ਆਇਆ, ਕਹਿੰਦੇ ਸਾਰੇ ਅਰਥ ਹੀ ਗਲਤ ਕਰ ਦਿੱਤੇ ਤੁਸੀਂ। ਕੀ ਹੋ ਗਿਆ? ਕਹਿੰਦੇ ਪਾਈਪ ਕਿੱਥੇ ਲਿਖਿਆ ਹੋਇਆ। ਹੁਣ ਇੰਨਾ ਮੋਟਾ ਦਿਮਾਗ ਹੈ ਕਿ ਮੈਂ ਕਿਹਾ ਵੀ ਤੁਸੀਂ ਲੰਗਰ ਛਕੋ, ਜਿਹੜਾ ਕੰਮ ਕਰਨ ਤੁਸੀਂ ਇਸ ਕੰਮ ਵਿੱਚ ਕਿਉਂ, ਜਦੋਂ ਤੁਸੀਂ ਇਹਨਾਂ ਚੀਜ਼ਾਂ ਨੂੰ ਸਮਝਦੇ ਨੇ। ਜਿਹੜਾ ਕੰਮ ਬੰਦੇ ਨੇ, ਇਹ ਸਾਨੂੰ ਚਾਹੀਦਾ ਵੀ ਜਿਹੜੇ ਖਿੱਤੇ ਵਿੱਚ ਅਸੀਂ ਨਹੀਂ ਗਏ ਉਹਦੇ ਵਿੱਚ ਅਸੀਂ ਲੱਤ ਨਾ ਅੜਾਈਏ। ਹੁਣ ਮੈਨੂੰ ਪਤਾ ਹੀ ਨਹੀਂ ਬਈ ਇਹ ਦਵਾਈ ਖਾਦਿਆਂ ਇਹ ਹੁੰਦਾ, ਤੇ ਮੈਂ ਐਵੇਂ ਕਿਸੇ ਨੂੰ ਰਾਹ ਜਾਂਦੇ ਨੂੰ ਫੜ ਕੇ ਲਿਆ ਤੈਨੂੰ ਮੈਂ ਦਵਾਈ ਦੱਸਾਂ। ਨੇਮ ਹਕੀਮ ਖਤਰਾ ਜਾਣ। ਤੇ ਫਿਰ ਜਿਹੜੇ ਬੰਦੇ ਨੂੰ ਕੋਈ ਅਕਲ ਨਾ ਹੋਵੇ, ਉਹ ਧਰਮ ਦੀ ਅਕਲ ਤੇ ਲੋਕਾਂ ਨੂੰ ਦੇਣ ਹੀ ਲੱਗ ਪੈਂਦਾ ਨਾ। ਉਹ ਇਹ ਕਹਿੰਦਾ ਹੋਰ ਤੇ ਕੋਈ ਨਹੀਂ ਗੱਲ, ਹੁਣ ਆਹ ਤੇ ਸੁਣਾ ਹੀ ਦਿਆਂ, ਸਾਰੀ ਉਮਰ ਜੋ ਕੁਝ ਸੁਣਿਆ ਇਕੱਠਾ ਕੀਤਾ ਹੋਇਆ। ਇਸ ਤਰ੍ਹਾਂ ਸਾਹਿਬ ਕਹਿੰਦੇ ਜੋ ਕੁਝ ਮੈਂ ਅਵਤਾਰਾਂ ਬਾਰੇ ਕਿਹਾ ਹੈ, ਉਹਦੇ ਵਿੱਚ ਕੁਝ ਗੱਲਾਂ ਜੇ ਅੱਗੇ ਪਿੱਛੇ ਨੇ, ਮੈਂ ਸਿਰਫ ਸਮਝਾਉਣ ਵਾਸਤੇ ਬੋਲਿਆ। ਮੇਰਾ ਉਹਨਾਂ ਨਾਲ ਨਾਤਾ ਰਿਸ਼ਤਾ ਕੋਈ ਵੀ ਨਹੀਂ ਹੈ, ਕੋਈ ਸੰਬੰਧ ਨਹੀਂ। ਚੂਕ ਹੋਏ ਕਬ ਲਿਹੂ ਸੁਧਾਰੋ, ਜੇ ਕਿਤੇ ਅੱਗੇ ਪਿੱਛੇ ਹੋ ਗਈ। ਮੇਰਾ ਮਤਲਬ ਇਹ ਹੈ ਕਿ ਇੱਕ ਨਾਲ ਕਿਵੇਂ ਜੁੜਿਆ ਜਾਏ। ਗੱਲਾਂ ਭਾਵੇਂ ਕਿਹੜੀਆਂ ਕੀਤੀਆਂ ਗਈਆਂ, ਫਿਰ ਇਹ ਸਪਸ਼ਟ ਕਰ ਦਿੱਤਾ ਅੱਗੇ ਸਤਿਗੁਰਾਂ ਨੇ। ਕਬ ਬਾਚ ਦੋਹਰਾ, ਕਵੀ ਵੱਲੋਂ ਉਚਾਰਿਆ ਹੋਇਆ ਦੋਹਰਾ ਇਹਦੇ ਅਰਥ ਨੇ। ਉਹ ਕਿਹੜਾ ਹੈ? ਕਹਿੰਦੇ ਮੇਰਾ ਮਕਸਦ ਕੀ ਹੈ ਇੱਥੇ ਆਉਣ ਦਾ ਧਰਤੀ ਤੇ। ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਇੱਥੇ ਬੋਲਣ ਦਾ, ਇੱਥੇ ਤਲਵਾਰ ਫੜਨ ਦਾ ਹੋਰ ਕੋਈ ਮਕਸਦ ਨਹੀਂ, ਕੋਈ ਵਿਸ਼ਾ ਨਹੀਂ। ਮੈਂ ਕੋਈ ਇੱਥੇ ਮਾਇਆ ਨਹੀਂ ਇਕੱਠੀ ਕਰਨੀ ਵੀ ਇਹ ਅੱਜ ਕੱਲ੍ਹ ਤੇ ਉਹ ਬੰਦਾ ਹੀ ਦੁਨੀਆ ਦੇ ਸਾਹਮਣੇ ਆਉਂਦਾ ਜਿਹੜਾ ਕਹਿੰਦੇ ਇਹ ਬਾਬਾ ਕਹਿੰਦੇ 1 ਕਰੋੜ ਰੋਜ਼ ਕਮਾਉਂਦਾ ਹੈ, ਆਹ ਬਾਬਾ ਕਹਿੰਦੇ 5 ਕਰੋੜ ਰੋਜ਼ ਕਮਾਉਂਦਾ ਹੈ। ਉਹ 5 ਕਰੋੜ ਕਮਾਉਣ ਵਾਲਾ ਬਾਬਾ ਸਭ ਤੋਂ ਵੱਡਾ ਹੈ। ਤੇ ਕੌਣ ਇਹਨਾਂ ਲੱਖਾਂ ਲੋਕਾਂ ਨੂੰ ਸਮਝਾਏ ਵੀ ਇਹ 5 ਕਰੋੜ ਕਮਾਉਂਦਾ ਹੈ ਤੇ ਬਿਜ਼ਨਸਮੈਨ ਇੰਨੇ ਵੱਡੇ ਨੇ, ਅਰਬ ਅਰਬ ਕਮਾਉਂਦੇ ਨੇ। ਇੱਕ ਦਿਨ ਉਹਨਾਂ ਦੇ ਪੈਰੀ ਡਿੱਗ ਜਾਓ ਜਾ ਕੇ, ਜੇ ਇਹ ਅਧਿਆਤਮਵਾਦੀ ਨੇ ਸਾਰੇ। ਇਹਦਾ ਮਤਲਬ ਪੈਸੇ ਕਮਾਉਣ ਨਾਲ ਬਾਬਾ ਵੱਡਾ ਹੈ। ਸਤਿਗੁਰੂ ਨੇ ਇਹਨੂੰ ਪ੍ਰਵਾਨ ਨਹੀਂ ਕੀਤਾ। ਕਹਿੰਦੇ ਕੋਈ ਕਿਸੇ ਮੁਰਦੇ ਵਿੱਚ ਵੀ ਜਿੰਦ ਪਾ ਦੇ ਸਿੱਖਾ, ਉਹਨੂੰ ਵੱਡਾ ਨਾ ਕਵੀ। ਵੱਡਾ ਉਹ ਹੈ ਜਿਹਦੇ ਅੰਦਰ ਰੱਬ ਦੀ ਬਖਸ਼ਿਸ਼ ਨਾਮ ਟਿਕਿਆ ਹੋਇਆ ਹੈ। ਵੱਡਾ ਉਹੀ ਹੈ ਸਿਰਫ। ਕੋਈ ਮਰੇ ਬੰਦੇ ਨੂੰ ਵੀ ਜਿੰਦਾ ਕਰਦਾ ਹੈ ਤੇ ਲੋਕ ਤੇ ਉਹਦੇ ਪਿੱਛੇ ਤੁਰ ਪਏ, ਜਿਹੜੇ ਖੜੇ ਹੋਇਆਂ ਨੂੰ ਡੇਗੀ ਜਾਂਦੇ ਨੇ। ਹੱਥ ਲਾਇਆ ਤੇ ਡੇਗ ਦਿੱਤਾ, ਹੱਥ ਲਾਇਆ ਤੇ ਡੇਗ ਦਿੱਤਾ। ਕਮਾਲ ਹੋ ਗਈ ਜੀ, ਬੜੀ ਸ਼ਕਤੀ ਹੈ। ਉਹ ਜੇ ਸ਼ਕਤੀ ਹੈ ਤੇ ਡਿੱਗਿਆਂ ਨੂੰ ਖੜੇ ਕਰੋ, ਖੜਿਆਂ ਨੂੰ ਕਿਉਂ ਡਿੱਗੀ ਜਾਂਦੇ ਹੋ? ਜਿਹੜੇ ਡਿੱਗੇ ਹੋਏ ਨੇ ਉਹਨਾਂ ਨੂੰ ਖੜੇ ਕਰੋ। ਗੁਰੂ ਨਾਨਕ ਨੇ ਉਹਨਾਂ ਨੂੰ ਖੜੇ ਕੀਤਾ, ਭਾਈ ਲਾਲੋ ਵਰਗਿਆਂ ਨੂੰ, ਜਿਹੜੇ ਰੋਗਾਂ ਨਾਲ ਡਿੱਗੇ ਪਏ ਸਨ, ਦੁੱਖਾਂ ਨਾਲ ਡਿੱਗੇ ਹੋਏ ਸਨ। ਇਸ ਕਰਕੇ ਸਤਿਗੁਰੂ ਕਲਗੀਆਂ ਵਾਲੇ ਪਾਤਸ਼ਾਹ ਅੱਗੇ ਕਹਿ ਰਹੇ ਨੇ, ਜੋ ਨਿਜ ਪ੍ਰਭ ਮੋਹ ਸੋ ਕਹਾ। ਕਹਿੰਦੇ ਜਦੋਂ ਅਸੀਂ ਧਰਤੀ ਤੇ ਆਏ ਹਾਂ, ਮੇਰੇ ਅਕਾਲ ਪੁਰਖ ਨੇ ਮੈਨੂੰ ਇੱਕ ਸੰਦੇਸ਼ ਦੇ ਕੇ ਭੇਜਿਆ ਸੀ, ਜਾਓ ਇਹ ਗੱਲ ਤੁਸੀਂ ਇਸ ਧਰਤੀ ਤੇ ਕਰਨੀ ਹੈ। ਜੋ ਨਿਜ ਪ੍ਰਭ, ਜੋ ਮੇਰੇ ਰੱਬ ਨੇ ਮੋਹ ਸੋ ਕਹਾ, ਮੈਨੂੰ ਕਿਹਾ ਹੈ। ਕਹਿੰਦੇ ਸੋ ਕਹਿ ਹੋ ਜਗ ਮਾਹੇ, ਮੈਂ ਉਹੀ ਦੁਨੀਆ ਨੂੰ ਕਹਿਣਾ ਹੈ, ਭਾਵੇਂ ਕੋਈ ਮਿੱਠਾ ਲੱਗੇ ਭਾਵੇਂ ਕੌੜਾ ਲੱਗੇ, ਮੇਰਾ ਇਹਦੇ ਨਾਲ ਕੋਈ ਸਰੋਕਾਰ ਨਹੀਂ ਹੈ। ਕਦੀ ਕਦੀ ਇਸ ਧਰਤੀ ਤੇ ਕੋਈ ਗਿਆਨ ਇਸ ਤਰ੍ਹਾਂ ਦਾ ਆਉਂਦਾ ਹੈ
ਜਿਹੜਾ ਕਿਸੇ ਦੀ ਝੋਲੀ ਵਿੱਚ ਬਹਿ ਕੇ ਨਹੀਂ ਬੋਲਿਆ ਜਾਂਦਾ, ਜਿਹੜਾ ਗੁਰੂ ਦੀ ਗੋਦ ਵਿੱਚ ਬਹਿ ਕੇ ਬੋਲਿਆ ਜਾਂਦਾ। ਨਹੀਂ ਤੇ ਬਹੁਤੇ ਗਿਆਨ ਇਸੇ ਤਰ੍ਹਾਂ ਦੇ ਨੇ, ਕੋਈ ਕਿਸੇ ਦੀ ਗੋਦ ਵਿੱਚ ਬੈਠਾ ਹੈ, ਕੋਈ ਕਿਸੇ ਦੀ ਗੋਦ ਵਿੱਚ ਬੈਠਾ ਹੈ। ਗੋਦ ਤੋਂ ਬਿਨਾਂ ਤੇ ਅਸੀਂ ਬੋਲ ਹੀ ਨਹੀਂ ਸਕਦੇ। ਗੁਰੂ ਗ੍ਰੰਥ ਸਾਹਿਬ ਦੀ ਗੋਦ ਵਿੱਚ ਨਹੀਂ ਸਾਨੂੰ ਬੋਲਣਾ ਆਉਂਦਾ, ਸਾਨੂੰ ਕਿਸੇ ਬੰਦੇ ਦੀ ਗੋਦ ਚਾਹੀਦੀ, ਕਿਸੇ ਦਾ ਸਹਾਰਾ ਚਾਹੀਦਾ। ਸਾਡੇ ਅਲਫਾਜ਼ ਹੀ ਇਸ ਤਰ੍ਹਾਂ ਦੇ ਨੇ ਵੀ ਸਾਡੇ ਆਕਾ ਜਿਹੜੇ ਨੇ, ਜਿਨ੍ਹਾਂ ਦੀ ਓਟ ਵਿੱਚ ਅਸੀਂ ਸਫ਼ਰ ਕਰਕੇ ਉੱਚੇ ਜਾਣਾ ਹੈ, ਜਿਨ੍ਹਾਂ ਦਾ ਸਹਾਰਾ ਲੈ ਕੇ ਅਸੀਂ ਚਮਕਣਾ ਦੁਨੀਆ ਵਿੱਚ, ਅਸੀਂ ਉਹਨਾਂ ਨੂੰ ਖੁਸ਼ ਕਿਵੇਂ ਰੱਖਣਾ ਹੈ। ਸਤਿਗੁਰੂ ਨੇ ਕਿਹਾ ਨਹੀਂ, ਘੱਟ ਕਹਿ ਚਮਕੇ ਨਾ ਚਮਕੇ, ਸਮਾਂ ਆਵੇਗਾ ਆਪੇ ਚਮਕ ਜਾਏਗਾ। ਜੇ ਹੀਰਾ ਹੋਇਆ 1000 ਸਾਲ ਮਿੱਟੀ ਵਿੱਚ ਦੱਬ ਦਿਓ, ਹੀਰਾ ਹੀ ਰਹਿਣਾ ਹੈ। ਤੇ ਸਾਧ ਸੰਗਤ ਜੇ ਮਿੱਟੀ ਦੇ ਡਲੇ ਨੂੰ ਪਾਲਿਸ਼ ਕੀਤੀ ਹੋਈ ਅੱਜ ਵੀ ਮਿੱਟੀ ਹੈ ਤੇ ਉਹ ਕੱਲ੍ਹ ਵੀ ਮਿੱਟੀ ਹੈ, ਕੱਖ ਨਹੀਂ ਬਣਨਾ ਉਹਦਾ। ਜਿਹੜਾ ਹੀਰਾ ਹੈ ਨਾ, ਉਹਨੂੰ 1000 ਸਾਲ ਤੁਸੀਂ ਦਬਾਈ ਜਾਓ ਵੀ ਹੀਰੇ ਨੂੰ ਨਹੀਂ ਮਿੱਟੀ ਉੱਪਰੋਂ ਲੈਣ ਦੇਣੀ, ਨਹੀਂ ਲੈਣ ਦੇਣੀ, ਉਹਨੇ ਹੀਰਾ ਹੀ ਰਹਿਣਾ। ਉਹ ਮਿੱਟੀ ਵਿੱਚ ਰਹਿਣ ਕਰਕੇ ਮਿੱਟੀ ਨਹੀਂ ਹੋਵੇਗਾ। ਤੇ ਜਿਹੜੀ ਮਿੱਟੀ ਹੈ ਉਹਦੇ ਉੱਤੇ ਲਾਈਟ ਮਾਰ ਲਓ ਤੇ ਭਾਵੇਂ ਜੋ ਮਰਜ਼ੀ ਉਹਦੇ ਉੱਤੇ ਪਾਲਿਸ਼ ਕਰ ਦਿਓ, ਮਿੱਟੀ ਤੇ ਆਖਰ ਮਿੱਟੀ ਹੈ, ਝੂਠ ਤੇ ਝੂਠ ਹੀ ਹੈ। ਇਸ ਲਈ ਗੁਰੂ ਗੋਬਿੰਦ ਸਿੰਘ ਕਹਿੰਦੇ ਸੋ ਕਹਿ ਜਗ ਮਾਹੇ, ਮੈਂ ਉਹ ਹੀ ਕਹਿਣਾ ਜੋ ਕੁਝ ਮੈਨੂੰ ਰੱਬ ਨੇ ਕਿਹਾ, ਮੈਂ ਹੋਰ ਨਾ ਵਿੱਚ ਇਹਦੇ ਰਲਾਉਣਾ ਹੈ, ਨਾ ਮੈਂ ਇਹਦੇ ਵਿੱਚੋਂ ਕੁਝ ਘਟਾਉਣਾ ਹੈ। ਇਹਦੇ ਨਾਲ ਸੰਸਾਰ ਖੁਸ਼ ਹੁੰਦਾ ਹੈ ਜਾਂ ਨਹੀਂ ਹੁੰਦਾ, ਇਹ ਸੰਸਾਰ ਦਾ ਵਿਸ਼ਾ ਮੇਰਾ ਕੋਈ ਵਿਸ਼ਾ ਨਹੀਂ ਹੈ। ਫਿਰ ਅੱਗੇ ਇੱਕ ਸੱਚ ਕਿਹਾ, ਜੋ ਤੇ ਪ੍ਰਭ ਕੋ ਧਿਆਏ ਹੈ, ਜਿਨ੍ਹਾਂ ਲੋਕਾਂ ਨੇ ਵਾਹਿਗੁਰੂ ਦਾ ਨਾਮ ਜਪਿਆ ਹੈ, ਧਿਆਇਆ ਹੈ, ਉਹਨਾਂ ਨੂੰ ਕੀ ਮਿਲਦਾ ਹੈ? ਅੰਤ ਸੁਰਗ ਕੋ ਜਾਹੇ। ਇੱਥੇ ਸੁਰਗ ਵੱਲ ਧਿਆਨ ਦੇਣਾ। ਇੱਥੇ ਸੁਰਗ ਦੇ ਅਰਥ ਉਹ ਨਰਕ ਸੁਰਗ ਨਹੀਂ ਜਿਹੜਾ ਮਿਥਿਆ ਗਿਆ, ਬਣਾਇਆ ਗਿਆ। ਨਰਕ ਸੁਰਗ ਤੇ ਮੈਂ ਰਹਿਓ ਸਤਿਗੁਰ ਕੇ ਪ੍ਰਸਾਦ, ਗੁਰੂ ਗ੍ਰੰਥ ਸਾਹਿਬ। ਇੱਥੇ ਸਵਰਗ ਜਿਹੜਾ ਸ਼ਬਦ ਹੈ ਨਾ, ਸਵਰਗ ਦੇ ਅਰਥ ਨੇ ਸਵੈ ਵਰਗ। ਸਵੈ ਦਾ ਅਰਥ ਹੈ ਆਪਾ। ਜਿਹੜੀ ਚੀਜ਼ ਦੀ ਮੈਨੂੰ ਜ਼ਰੂਰਤ ਹੈ ਉਹ ਮੈਨੂੰ ਮਿਲ ਗਈ, ਇਹਨੂੰ ਕਹਿੰਦੇ ਸਵਰਗ, ਸਵੈ ਵਰਗ। ਜਿਹੜੀ ਚੀਜ਼ ਤੱਕ ਮੈਂ ਜਾ ਸਕਣਾ ਤੇ ਜਿਹਦੀ ਮੈਨੂੰ ਲੋੜ ਹੈ, ਜਿਵੇਂ ਤੁਸੀਂ ਇਸ ਮਹੀਨੇ ਦਾ ਪਾਠ ਸੁਣਿਆ ਹੋਵੇਗਾ ਕਿ ਜੇਠ ਜੁੜੰਦਾ ਲੋੜੀਐ। ਲੋੜੀਐ ਦੇ ਗੁਰੂ ਅਰਜਨ ਦੇਵ ਜੀ ਨੇ ਕਿਹਾ ਜੇਠ ਦੇ ਮਹੀਨੇ ਵਿੱਚ ਜੁੜਿਆ ਕਰ। ਕਿਹਦੇ ਨਾਲ? ਕਹਿੰਦੇ ਰੱਬ ਨਾਲ। ਕਿਉਂ ਜੁੜੀਏ? ਕੀ ਲੋੜ ਪੈ ਗਈ ਹੈ? ਜ਼ਰੂਰੀ ਹੈ ਜੁੜਨਾ? ਹਜ਼ੂਰ ਨੇ ਕਿਹਾ ਲੋੜੀਐ, ਚਾਹੀਦਾ ਹੈ। ਲੋੜੀਐ ਦਾ ਅਰਥ ਜ਼ਰੂਰੀ ਹੈ, ਜੁੜਨਾ ਚਾਹੀਦਾ ਹੈ। ਜੇ ਤੂੰ ਨਹੀਂ ਜੁੜਦਾ ਤੇ ਗਲਤ ਹੈ। ਸਤਿਗੁਰੂ ਇੱਥੇ ਸਵਰਗ ਕਹਿ ਰਹੇ ਨੇ ਕਿ ਜਿਨ੍ਹਾਂ ਨੇ ਉਹਨੂੰ ਧਿਆਇਆ ਹੈ ਉਹ ਉਹਦੇ ਚਰਨ ਕਮਲਾਂ ਨਾਲ ਜੁੜ ਗਏ। ਇੱਥੇ ਸਵਰਗ ਦੇ ਅਰਥ ਨੇ ਨਾਮ ਵਿੱਚ ਲੀਨ ਹੋ ਜਾਣਾ। ਇੱਥੇ ਸਵਰਗ ਦੇ ਅਰਥ ਕੋਈ ਸਵਰਗ ਆਕਾਸ਼ ਵਾਲਾ ਹੈ ਨਹੀਂ। ਇੱਥੇ ਸੁਰਗ ਦੇ ਅਰਥ ਨੇ ਕਿ ਉਹਦੇ ਚਰਨਾਂ ਵਿੱਚ ਲੀਨ ਹੋ ਜਾਣਾ, ਜਿਨ੍ਹਾਂ ਨੇ ਉਹਨੂੰ ਧਿਆਇਆ। ਫਿਰ ਅੱਗੇ ਬਚਨ ਕੀਤਾ, ਹਰ ਹਰ ਜਨ ਦੋ ਏਕ ਹੈ, ਬਿਬ ਵਿਚਾਰ ਕਛ ਨਾਹੇ, ਜਲ ਤੇ ਉਪਜ ਤਰੰਗ ਜਿਉ ਜਲ ਹੀ ਬਿਖੈ ਸਮਾਹੇ। ਕਹਿੰਦੇ ਰੱਬ ਤੇ ਪਰਮਾਤਮਾ ਦੇ ਦਾਸ ਇੱਕੋ ਨੇ, ਉਹਨਾਂ ਵਿੱਚ ਦੂਸਰੀ ਕੋਈ ਵਿਚਾਰ ਨਹੀਂ। ਜਿਵੇਂ ਪਾਣੀ ਦੇ ਵਿੱਚੋਂ ਤਰੰਗਾਂ ਪੈਦਾ ਹੁੰਦੀਆਂ ਨੇ ਜਦੋਂ ਹਵਾ ਚੱਲਦੀ ਏ, ਤੇ ਹਵਾ ਦੇ ਬੰਦ ਹੁੰਦਿਆਂ ਹੀ ਉਹ ਪਾਣੀ ਦੇ ਵਿੱਚ ਸਮਾ ਜਾਂਦੀਆਂ ਨੇ।